ਅੱਛਾ, 에ਅਰਲਾਈਨਸ ਲਈ ਤਾਂ ਇਹ ਬਿਜ਼ਨਸ ਹੈ, ਉਹਨਾਂ ਲਈ ਤਾਂ ਕੋਈ ਸੇਵਾ ਦਾ ਕੰਮ ਤਾਂ ਹੈ ਨਹੀਂ, ਉਹਨਾਂ ਲਈ ਤਾਂ ਬਿਜ਼ਨਸ ਹੈ। ਹਾਂਜੀ, ਜੇ ਬਿਜ਼ਨਸ ਹੈ, ਕਿਉਂਕਿ ਕੰਪਨੀ ਤੇ ਬਿਜ਼ਨਸ ਹੀ ਦੇਖਦੀ ਹੈ ਨਾ, ਦੈਨ ਉਹਨਾਂ ਨੂੰ ਪੰਜਾਬ 'ਚੋਂ ਫਲਾਈਟ ਕਰਨ 'ਚ ਕੀ ਦਿੱਕਤ ਹੋ ਸਕਦੀ ਹੈ? ਉਹ ਬੰਦਾ ਇਹ ਦੇਖਦਾ ਕਿ ਜੇ ਮੈਨੂੰ ਦਿੱਲੀ ਜਾ ਕੇ ਦਿੱਲੀ ਜਾਣ ਲਈ $200 ਦੀ ਸਸਤੀ ਮਿਲਦੀ ਹੈ, ਤੇ ਫਿਰ ਉਹ ਬੰਦਾ ਅੰਮ੍ਰਿਤਸਰ ਨਹੀਂ ਜਾਂਦਾ, ਉਹ ਦਿੱਲੀ ਜਾਂਦਾ। ਕੱਲ੍ਹ ਹੀ ਮੈਨੂੰ ਕਿ ਇੱਥੇ ਮੇਰਾ ਰਿਲੇਟਿਵ ਮਿਲਿਆ, ਕਹਿੰਦੇ ਅਸੀਂ ਅੰਮ੍ਰਿਤਸਰੋਂ 1500 ਰੁਪਏ ਦਿੱਲੀ ਗਏ ਹਾਂ, ਮੈਂ 9 ਕਿ 10 ਘੰਟੇ ਲੱਗੇ ਨੇ। ਕਿਉਂ ਗਏ ਨੇ? ਮੈਂ ਕਿਹਾ ਤੁਸੀਂ ਫਲਾਈਟ ਕਿਉਂ ਨਹੀਂ ਲਈ? ਕਿਉਂਕਿ ਮੈਂ ਇੱਕ ਟੈਚੀ ਐਕਸਟਰਾ ਲੈ ਕੇ ਆਉਣਾ ਵਾ। ਮੈਂ ਕਿਹਾ ਇੱਕ ਟੈਚੀ ਐਕਸਟਰਾ ਲਿਆਉਣ ਲਈ ਤੁਸੀਂ 11 ਘੰਟੇ ਖਰਾਬ ਕੀਤੇ ਨੇ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ, 9:04 ਹੋ ਗਏ ਨੇ। ਤੇ ਪਿਛਲੇ ਤਕਰੀਬਨ ਕਾਫੀ ਲੰਬੇ ਸਮੇਂ ਤੋਂ ਇਹ ਗੱਲਬਾਤ ਚੱਲਦੀ ਰਹਿੰਦੀ, ਇੱਕ ਕਿਸਮ ਦਾ ਗਿਲਾ ਜਿਹੜੇ ਪੰਜਾਬ ਤੋਂ ਲੋਕ ਦੁਨੀਆ ਦੇ ਇਸ ਹਿੱਸੇ 'ਚ ਰਹਿੰਦੇ ਨੇ, ਨਾਰਥ ਅਮਰੀਕਾ 'ਚ, ਉਹਨਾਂ ਨੂੰ ਗਿਲਾ ਰਹਿੰਦਾ ਕਿ ਉਹਨਾਂ ਨੂੰ ਜਿਹੜਾ ਉਹਨਾਂ ਦਾ ਜਦੋਂ ਇੰਡੀਆ ਉਹਨਾਂ ਨੇ ਜਾਣਾ ਹੁੰਦਾ ਅਤੇ ਉਹਨਾਂ ਦਾ ਸਫ਼ਰ ਥੋੜ੍ਹਾ ਇਸ ਪੱਖੋਂ ਮੁਸ਼ਕਿਲ ਹੁੰਦਾ ਕਿ ਜਦੋਂ ਉਹਨਾਂ ਨੂੰ ਦਿੱਲੀ ਤੋਂ ਪੰਜਾਬ ਪਹੁੰਚਣਾ, ਉਹ ਪਾਰਟ ਉਹਨਾਂ ਨੂੰ ਕਈ ਵਾਰ ਬੜਾ ਸਕੇਰੀ ਲੱਗਦਾ, ਬੜਾ ਚੈਲੰਜਿੰਗ ਲੱਗਦਾ, ਉਹਦੇ 'ਚ ਬੜਾ ਟਾਈਮ ਲੱਗਦਾ। ਅਤੇ ਇਸ ਕਰਕੇ ਅਲੱਗ-ਅਲੱਗ ਮੌਕਿਆਂ ਦੇ ਉੱਤੇ ਇਹ ਮੰਗ ਉੱਠਦੀ ਰਹਿੰਦੀ ਹੈ ਕਿ ਕਿਉਂ ਨਾ, ਜਦੋਂ ਹੁਣ ਸਾਡੀ ਪਾਪੂਲੇਸ਼ਨ ਦਾ ਇੰਨਾ ਵੱਡਾ ਹਿੱਸਾ ਉਸ ਖਿੱਤੇ 'ਚੋਂ ਇੱਥੇ ਰਹਿੰਦਾ, ਅਤੇ ਫਲਾਈਟਸ ਕੁਛ ਡਾਇਰੈਕਟ ਫਲਾਈਟਸ ਪੰਜਾਬ ਵੱਲ ਹੋਣ, ਤਾਂ ਕਿ ਜਿਹੜਾ ਲੱਖਾਂ ਦੀ ਗਿਣਤੀ 'ਚ ਲੋਕ ਨੇ, ਉਹਨਾਂ ਦਾ ਜਿਹੜਾ ਸਫ਼ਰ ਹੈ ਥੋੜ੍ਹਾ ਆਸਾਨ ਹੋ ਸਕੇ, ਚਾਹੇ ਉਹਨਾਂ ਨੇ ਪੰਜਾਬ 'ਚੋਂ ਬਾਹਰ ਇੱਧਰ ਆਉਣਾ ਅਤੇ ਚਾਹੇ ਇੱਧਰੋਂ ਵਾਪਸ ਆਪਣੇ ਘਰ ਜਾਣਾ। ਸੋ ਇਹਦੇ ਬਾਰੇ ਜੋ ਗੱਲਬਾਤ ਚੱਲਦੀ ਰਹੀ ਹੈ, ਉਹਦੇ 'ਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਇਹ ਵੀ ਸਾਡੇ ਇੱਥੋਂ ਹੀ ਨਾਰਥ ਅਮਰੀਕਾ 'ਚੋਂ ਕਮਿਊਨਿਟੀ ਦੇ ਕੁਛ ਮੈਂਬਰਸ ਨੇ ਸ਼ੁਰੂ ਕੀਤਾ, ਤਾਂ ਕਿ ਅੰਮ੍ਰਿਤਸਰ ਲਈ ਡਾਇਰੈਕਟ ਫਲਾਈਟਸ ਹੋਣ। ਅਤੇ ਉਹਦੇ 'ਚ ਕੁਛ ਪ੍ਰੋਗਰੈਸ ਥੋੜ੍ਹੇ ਪਿਛਲੇ ਦਿਨਾਂ ਦੌਰਾਨ ਹੋਈ। ਕੱਲ੍ਹ ਤੋਂ ਇੱਕ ਫਲਾਈਟ ਇੱਕ ਇਟਾਲੀਅਨ ਏਅਰਲਾਈਨ ਹੈ, ਉਹਨੇ ਸ਼ੁਰੂ ਕੀਤੀ ਹੈ, ਜਿਹੜੀ ਟੋਰਾਂਟੋ ਤੋਂ ਅੰਮ੍ਰਿਤਸਰ ਜਾਏਗੀ ਵਾਇਆ ਮਿਲਾਨ, ਅਤੇ ਹਫ਼ਤੇ 'ਚ ਇੱਕ ਦਿਨ ਉਹ ਫਲਾਈਟ ਹੋਏਗੀ। ਸੋ ਇਹਦੇ ਨਾਲ ਦੁਬਾਰਾ ਫਿਰ ਉਹੀ ਜਿਹੜਾ ਵੱਡਾ ਸਵਾਲ ਹੈ ਕਿ ਇਹਦੇ 'ਚ ਚੈਲੰਜਸ ਕੀ ਨੇ। ਆਖਰ ਜੇ ਅਸੀਂ ਇਹ ਕਹਿੰਦੇ ਹਾਂ ਕਿ ਇੰਨੀ ਵੱਡੀ ਪਾਪੂਲੇਸ਼ਨ ਹੈਗੀ ਹੈ ਜਿਨ੍ਹਾਂ ਨੂੰ ਲੋੜ ਹੈ, ਇਹਦੇ ਬਾਵਜੂਦ ਵੀ ਏਅਰਲਾਈਨਸ ਕਿਉਂ ਨਹੀਂ ਸ਼ੁਰੂ ਕਰ ਰਹੀਆਂ? ਕਿਉਂਕਿ ਉਹਨਾਂ ਲਈ ਤਾਂ ਅਲਟੀਮੇਟਲੀ ਇਹ ਬਿਜ਼ਨਸ ਹੈ। ਸੋ ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਜਿਹੜੇ ਸ਼ੁਰੂ ਕਰਨ ਵਾਲੇ ਨੇ, ਸੁਮੀਤ ਸਿੰਘ ਗਮਟਾਲਾ ਜੀ, ਉਹ ਸਾਡੇ ਨਾਲ ਸਟੂਡੀਓ 'ਚ ਨੇ। ਬਹੁਤ ਸ਼ੁਕਰੀਆ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਇਟਸ ਮਾਈ ਆਨਰ ਕਿ ਮੈਂ ਪਹਿਲੀ ਵਾਰ ਇੱਥੇ ਪਹੁੰਚਿਆ ਅਤੇ ਸਾਡੇ ਰੂਬਰੂ ਤੁਹਾਡੇ ਲਈ ਇਹ, ਚਲੋ ਮੈਂ ਸਮਝਦਾ ਕਿ ਇੱਕ ਕਾਮਯਾਬੀ ਹੈ ਕਿ ਜਿਹੜਾ ਤੁਸੀਂ ਉੱਦਮ ਕਾਫੀ ਦੇਰ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਕਿ ਚਲੋ ਇੱਕ ਫਲਾਈਟ ਜਿਹੜੀ ਹੈਗੀ ਹੈ, ਭਾਵੇਂ ਹਫ਼ਤੇ 'ਚ ਇੱਕ ਦਿਨ ਹੀ ਹੈ, ਇਹ ਸ਼ੁਰੂ ਹੋਈ ਹੈ ਕੱਲ੍ਹ ਟੋਰਾਂਟੋ। ਹਾਂਜੀ, ਪੀਅਰਸਨ ਤੋਂ ਫਲਾਈਟ ਪਹਿਲੀ ਰਵਾਨਾ ਹੋਈ, ਉੱਥੇ ਪਹਿਲੀ ਫਲਾਈਟ ਆਈ। ਅਤੇ ਥੋੜ੍ਹਾ ਜਿਹਾ ਪਹਿਲਾਂ ਤਾਂ ਇਸ, ਕਿਉਂਕਿ ਤੁਸੀਂ ਡਾਇਰੈਕਟਲੀ ਇਹਨਾਂ ਸਾਰੇ ਉਦਮਾਂ ਨਾਲ ਜੁੜੇ ਹੋਏ ਹੋ, ਪਹਿਲਾਂ ਤਾਂ ਥੋੜ੍ਹਾ ਜਿਹਾ ਇਹਦੇ ਬਾਰੇ ਦੱਸ ਦਿਓ ਜਿਹੜੀ ਫਲਾਈਟ ਇਹ ਸ਼ੁਰੂ ਹੋਈ ਹੈ। ਹਾਂਜੀ ਜੀ, ਇਹ ਨਿਊਜ਼ ਏਅਰ ਜਿਹੜੀ ਹੈ, ਉਹਨੇ ਕੋਵਿਡ ਦੇ ਦੌਰਾਨ ਅੰਮ੍ਰਿਤਸਰ ਇਟਲੀ ਫਲਾਈਟਸ ਸ਼ੁਰੂ ਕੀਤੀਆਂ। ਉਹ ਸਪੈਸ਼ਲ ਫਲਾਈਟਸ ਜਿਹੜੋ ਚੱਲ ਰਹੀਆਂ ਸਨ, ਅਤੇ ਉਹਨਾਂ ਨੇ ਦੇਖਿਆ ਕਾਫੀ ਬਿਜ਼ਨਸ ਵੀ ਹੈ, ਅਤੇ ਨਾਲ ਹੀ ਅੰਮ੍ਰਿਤਸਰ ਤੋਂ ਸਪਾਈਸ ਜੈਟ ਜਿਹੜੀ ਇੰਡੀਆ ਦੀ ਏਅਰਲਾਈਨ ਹੈ, ਉਹ ਵੀ ਮਿਲਾਨ ਲਈ ਫਲਾਈਟਸ ਰੋਮ ਲਈ ਆਪਰੇਟ ਕਰ ਰਹੀ ਸੀ। ਅਤੇ ਲਾਸਟ ਈਅਰ ਇਹਨਾਂ ਨੇ ਦਸੰਬਰ ਤੋਂ ਮਿਲਾਨ ਅੰਮ੍ਰਿਤਸਰ ਰੈਗੂਲਰ ਸ਼ਡਿਊਲ ਫਲਾਈਟਸ ਸ਼ੁਰੂ ਕੀਤੀਆਂ। ਸੋ ਕਾਫੀ ਸਾਡੇ ਜਿਹੜੇ ਦਰਸ਼ਕ ਸੁਣਨ ਵਾਲੇ ਨੇ, ਉਹਨਾਂ ਨੂੰ ਅਤੇ ਨਾਲ ਦੇਖਣ ਵਾਲੇ ਵੀ, ਉਹਨਾਂ ਨੂੰ ਪਤਾ ਹੈ ਗੱਲ ਦਾ ਕਿ ਕਾਫੀ ਏਅਰਲਾਈਨਸ ਦੁਬਈ ਹੋ ਗਈਆਂ, ਕਾਫੀ ਲੋਕ ਆਬੂ ਧਾਬੀ, ਦੋਹਾ ਥਾਣੀ, ਕੈਨੇਡਾ, ਅਮੈਰੀਕਾ ਆਉਂਦੇ ਨੇ। ਸੋ ਅੱਗੇ ਫਿਰ ਕਨੈਕਟ ਹੁੰਦੇ ਨੇ। ਸੋ ਇਸੇ ਤਹਿਤ ਇਹਨਾਂ ਨੇ ਹੁਣ ਮਿਲਾਨ ਟੋਰਾਂਟੋ ਫਲਾਈਟ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ, ਜੋ ਕਿ ਕੱਲ੍ਹ 6 ਅਪ੍ਰੈਲ ਨੂੰ ਸ਼ੁਰੂ ਹੋਈ ਹੈ। ਅਤੇ ਉਹਨਾਂ ਨੇ ਇਹਦਾ ਕਨੈਕਟੀਵਿਟੀ ਇਸ ਤਰ੍ਹਾਂ ਰੱਖੀ ਹੈ ਕਿ ਤੁਸੀਂ ਉੱਥੇ ਪਹੁੰਚੋ ਅਤੇ 3-4 ਘੰਟੇ 'ਚ ਫਿਰ ਜਹਾਜ਼ ਚੇਂਜ ਕਰਕੇ, ਰੋਟੇਸ਼ਨ ਕਰਕੇ, ਅਤੇ ਫਿਰ ਤੁਸੀਂ ਅੰਮ੍ਰਿਤਸਰ ਪਹੁੰਚ ਜਾਓ, ਅਤੇ ਇੱਥੋਂ ਸਮਾਨ ਜਮ੍ਹਾਂ ਕਰਾਓ, ਉੱਥੇ ਮਿਲੇ, ਅੰਮ੍ਰਿਤਸਰ ਮਿਲੇ, ਅਤੇ ਇਸੇ ਤਰ੍ਹਾਂ ਅੰਮ੍ਰਿਤਸਰ ਇਮੀਗ੍ਰੇਸ਼ਨ ਸਾਰਾ ਸਮਾਨ ਜਮ੍ਹਾਂ ਕਰਾਓ ਅਤੇ ਇੱਥੇ ਮਿਲੇ। ਜੇ ਫਲਾਈਟ ਲੇਟ ਹੁੰਦੀਆਂ ਜਾਂ ਕੁਛ ਹੁੰਦੀਆਂ, ਉਹ ਸਾਰਾ ਕੁਛ ਤੁਸੀਂ ਪਹਿਲਾਂ ਡੈਸਕ ਉੱਥੇ ਹੈਗੇ ਜੇ, ਤੁਹਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ, ਯੂ ਕੈਨ ਗੋ ਹੋਮ ਜੇ ਲੋਕਲ ਜੇ। ਅਤੇ ਸੋ ਇੱਦਾਂ ਥੋੜ੍ਹਾ ਜਿਹਾ ਹੋ ਜਾਂਦਾ। ਪਰ ਜਦੋਂ ਤੁਸੀਂ ਵਾਇਆ ਦਿੱਲੀ ਆਉਂਦੇ ਜੇ, ਜਿਸ ਤਰ੍ਹਾਂ ਤੁਸੀਂ ਦੱਸਿਆ, ਜੇ ਅੰਮ੍ਰਿਤਸਰੋਂ ਲੇਟ ਹੋ ਗਈ, ਫਿਰ ਤੁਹਾਡੀ ਦਿੱਲੀ ਦੀ ਫਲਾਈਟ ਮਿਸ ਹੋ ਜਾਂਦੀ ਹੈ। ਸੋ ਇਹਨਾਂ ਨੇ ਸਪੈਸ਼ਲ ਫੋਕਸ ਰੱਖਿਆ ਕਿ ਉਹਦੀ ਕਨੈਕਟੀਵਿਟੀ ਹੋਵੇ। ਪਰ ਇਹਦੇ ਨਾਲ ਅੰਮ੍ਰਿਤਸਰ ਮਿਲਾਨ ਵੀ, ਅੰਮ੍ਰਿਤਸਰ ਨਿਊਯਾਰਕ ਵੀ ਹੈ, ਉਹਨਾਂ ਦੀ ਆਲਰੇਡੀ ਮਿਲਾਨ ਨਿਊਯਾਰਕ ਫਲਾਈਟ ਚੱਲ ਰਹੀ ਹੈ। ਸੋ ਉਹ ਵੀ ਕਨੈਕਟ ਹੋ ਰਹੀ ਹੈ। ਅਤੇ ਪਰ ਉਹਨਾਂ ਨੇ ਕੋਸ਼ਿਸ਼ ਹੈ ਕਿ ਬਹੁਤੇ ਪੈਸੇਂਜਰ ਜਿਹੜੇ ਨੇ ਉਹ ਟੋਰਾਂਟੋ ਹੀ ਹੋਣ। ਅਤੇ ਇਹ ਹਾਲੇ ਤਾਂ ਹਫ਼ਤੇ 'ਚ ਇੱਕੋ ਦਿਨ ਹੋਣੀ ਆ? ਹਾਂਜੀ, ਉਹਨਾਂ ਨੇ ਹਫ਼ਤੇ 'ਚ ਇੱਕ ਦਿਨ ਕੀਤੀ ਹੈ। ਪਰ ਮੈਨੂੰ ਪਤਾ ਲੱਗਾ ਹੈ ਕੱਲ੍ਹ ਕਿ ਇਹਨਾਂ ਨੇ 4 ਫਲਾਈਟਸ ਉੱਧਰੋਂ ਸ਼ਮੀਲ ਜੀ ਐਡ ਕੀਤੀਆਂ ਨੇ, 29 ਅਪ੍ਰੈਲ ਨੂੰ,
ਫਿਰ ਮਈ ਦੇ ਵਿੱਚ ਵੀ 3 ਹਫ਼ਤੇ 'ਚ ਇੱਕ ਐਕਸਟਰਾ ਫਲਾਈਟ ਇਹਨਾਂ ਨੇ ਐਡ ਕੀਤੀ ਹੈ ਕਿਉਂਕਿ ਉੱਧਰੋਂ ਡਿਮਾਂਡ ਬਹੁਤ ਹੈ, ਇੱਧਰੋਂ ਨਹੀਂ ਕਰ ਰਹੇ। ਦੇ ਹੈਵ ਐਡਡ ਸਪੈਸ਼ਲ ਫਲਾਈਟ ਜਿਹੜੀ ਕਿ ਅੰਮ੍ਰਿਤਸਰ ਟੋਰਾਂਟੋ ਆਏਗੀ ਵਾਇਆ ਮਿਲਾਨ, ਕਿਉਂਕਿ ਕਾਫੀ ਲੋਕ ਇਸ ਸਮੇਂ ਫਲਾਈਟਸ ਘੱਟ ਨੇ ਅਤੇ ਡਿਮਾਂਡ ਜ਼ਿਆਦਾ ਹੈ ਉੱਧਰੋਂ ਆਉਣ ਲਈ। ਅਤੇ ਇਹਨਾਂ ਦੀਆਂ 29 ਅਪ੍ਰੈਲ ਨੂੰ ਇੱਕ ਫਲਾਈਟ ਐਕਸਟਰਾ ਅਤੇ ਉਸ ਤੋਂ ਬਾਅਦ ਹਰ ਹਫ਼ਤੇ ਇੱਕ ਐਕਸਟਰਾ ਫਲਾਈਟ ਹੈ, ਉਹ ਦੋ ਫਲਾਈਟ ਮਈ ਦੇ ਵਿੱਚ। ਚਲੋ ਇਹ ਤਾਂ ਹੁਣ ਇੱਕ ਉਪਰਾਲਾ, ਇਹ ਕਿੰਨਾ ਕੁ ਕਾਮਯਾਬ ਹੁੰਦਾ ਇਹ ਥੋੜ੍ਹਾ ਅੱਗੇ ਚੱਲ ਕੇ ਪਤਾ ਚੱਲੇਗਾ। ਪਰ ਜਿਹੜਾ ਵੱਡਾ ਕੁਐਸਚਨ ਹੈ, ਵੱਡਾ ਇਹ ਹੈ ਕਿ ਸਾਨੂੰ ਜ਼ਰੂਰਤ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਲਈ ਫਲਾਈਟਸ ਹੋਣ ਇੱਥੋਂ। ਹਾਂਜੀ, ਉਹਦੇ 'ਚ ਉਹ ਅੰਮ੍ਰਿਤਸਰ ਲਈ ਹੋਣ ਜਾਂ ਚੰਡੀਗੜ੍ਹ ਲਈ ਹੋਣ, ਇਹ ਇੱਕ ਡਿਬੇਟੇਬਲ ਇਸ਼ੂ ਰਹਿੰਦਾ। ਅਲਟੀਮੇਟਲੀ ਫਲਾਈਟ ਜਿਵੇਂ ਤੁਸੀਂ ਵੀ ਆਰਗੂ ਕਰਦੇ ਹੋ, ਹੋਰ ਵੀ ਬਹੁਤ ਸਾਰੇ ਕਰਦੇ ਨੇ ਕਿ ਜੀ ਇੰਨੇ ਲੋਕ ਨੇ ਪੰਜਾਬ ਜਾਣ ਵਾਲੇ ਨੇ, ਦਿੱਲੀ ਦਾ ਏਅਰਪੋਰਟ 'ਤੇ ਚੱਲਦਾ ਹੀ ਅੱਧਾ ਪੰਜਾਬ ਦੇ ਤੋਂ ਜਾਣ ਵਾਲੇ ਲੋਕਾਂ 'ਤੇ ਹੈ, ਅਤੇ ਕਿਉਂ ਨਹੀਂ ਜਿਹੜਾ ਹੈ ਡਾਇਰੈਕਟ ਫਲਾਈਟ ਕੀਤੀਆਂ ਜਾਂਦੀਆਂ। ਅੱਛਾ, ਏਅਰਲਾਈਨਸ ਲਈ ਤਾਂ ਇਹ ਬਿਜ਼ਨਸ ਹੈ, ਉਹਨਾਂ ਲਈ ਤਾਂ ਕੋਈ ਸੇਵਾ ਦਾ ਕੰਮ ਤਾਂ ਹੈ ਨਹੀਂ, ਉਹਨਾਂ ਲਈ ਤਾਂ ਬਿਜ਼ਨਸ ਹੈ। ਹਾਂਜੀ, ਜੇ ਬਿਜ਼ਨਸ ਹੈ, ਕਿਉਂਕਿ ਕੰਪਨੀ ਤਾਂ ਬਿਜ਼ਨਸ ਹੀ ਦੇਖਦੀ ਹੈ ਨਾ, ਦੈਨ ਉਹਨਾਂ ਨੂੰ ਪੰਜਾਬ 'ਚੋਂ ਫਲਾਈਟ ਕਰਨ 'ਚ ਕੀ ਦਿੱਕਤ ਹੋ ਸਕਦੀ ਹੈ? ਤੁਹਾਡਾ ਕੀ ਹੋ, ਕਿਉਂਕਿ ਤੁਸੀਂ ਕਾਫੀ ਇਸ ਨੂੰ ਅੰਡਰਸਟੈਂਡ ਕੀਤਾ। ਜ਼ਿਆਦਾਤਰ ਲੋਕ ਤਾਂ ਬਾਹਰੋਂ ਗੱਲਾਂ ਕਰਦੇ ਨਾ ਜਦੋਂ ਕਿਸੇ ਇੰਡਸਟਰੀ ਨੂੰ ਨਾ ਸਮਝਦੇ ਹੋਣ। ਤੁਸੀਂ ਹੁਣ ਇੰਡਸਟਰੀ ਨੂੰ ਕਾਫੀ ਸਮਝ ਲਿਆ ਪਿਛਲੇ ਟਾਈਮ 'ਚ। ਤੁਹਾਨੂੰ ਕੀ ਪ੍ਰੋਬਲਮ ਨਜ਼ਰ ਆਈ ਹੈ? ਇਹ 'ਚ ਕਾਫੀ ਪਹਿਲੂ ਨੇ। ਓਬਵੀਅਸਲੀ ਤੁਸੀਂ ਦੱਸਿਆ ਕਿ ਕਮਰਸ਼ੀਅਲ ਵਾਇਬਿਲਿਟੀ ਜਿਹੜੀ ਹੈ, ਜੇ ਬਿਜ਼ਨਸ ਹੈਗਾ ਹੈ, ਅਤੇ ਪਰ ਜੋ ਅਸੀਂ ਦੇਖਿਆ ਕਿ ਏਅਰਲਾਈਨ 'ਚ ਜਿਹੜਾ ਪ੍ਰੋਫਿਟ ਮਾਰਜਨ ਹੈ ਨਾ, ਉਹ ਪ੍ਰੋਫਿਟ ਵਰਡ ਘੱਟ ਹੀ ਯੂਜ਼ ਕਰਦੇ ਨੇ, ਉਹ ਯੀਲਡ ਕਹਿੰਦੇ ਨੇ, ਯੀਲਡ। ਅਤੇ ਉਹ ਇਹ ਕਹਿੰਦੇ ਨੇ ਕਿ ਪੰਜਾਬ ਦੀ ਯੀਲਡ ਲੋ ਹੈ। ਜਿਹੜੀ ਪੰਜਾਬ ਦੀ ਟ੍ਰੈਫਿਕ ਹੈ ਨਾ, ਈਵਨ ਦੋ ਦਿੱਲੀੋਂ ਵੀ ਕਾਫੀ ਆਉਂਦੀ ਹੈ, ਪਰ ਉਹ ਲੋ ਯੀਲਡ ਟ੍ਰੈਫਿਕ ਹੈ। ਲੋ ਯੀਲਡ ਅਸੀਂ ਕਹਿੰਦੇ ਨੇ ਪ੍ਰੋਫਿਟ, ਪਰ ਉਹ ਕਹਿੰਦੇ ਯੀਲਡ। ਇਹ ਵਰਡ ਜਿਹੜਾ ਯੀਲਡ ਯੂਜ਼ ਕਰਦੇ ਨੇ, ਆਪਾਂ ਪ੍ਰੋਫਿਟ ਹੀ ਕਹਿੰਦੇ ਹਾਂ, ਮੈਂ ਵੀ ਉਹ ਕਹਿੰਦਾ। ਅਤੇ ਉਹ ਕਹਿੰਦੇ ਕਿ ਬੜਾ ਥਿਨ ਮਾਰਜਨ ਹੈ, ਅਤੇ ਉਹਦੇ ਮਾਰਜਨ ਵਿੱਚ ਕਈ ਪਹਿਲੂ ਆ ਜਾਂਦੇ ਨੇ ਕਿ ਜੇ ਇੱਕ ਫਲਾਈਟ ਵੀ ਕੋਈ ਕੈਂਸਲ ਹੋ ਜਾਂਦੀ, ਕੁਛ ਹੋ ਜਾਂਦਾ ਹੈ, ਜਾਂ ਰੀਰਾਊਟ ਹੋ ਜਾਂਦਾ, ਕਹਿੰਦੇ ਸਾਡਾ ਜਿਹੜਾ ਪ੍ਰੋਫਿਟ ਪੂਰਾ ਨਾ ਸਾਲ ਦਾ ਕਈ ਵਾਰੀ ਉਹ ਵੀ ਵਾਈਪ ਹੋ ਜਾਂਦਾ ਹੈ। ਸੋ ਇਹ ਸਾਰੇ ਪਹਿਲੂ ਲੈ ਕੇ ਉਹਨਾਂ ਨੇ ਦੇਖਿਆ ਕਿ ਲੌਂਗ ਹਾਲ ਫਲਾਈਟ ਜਿਹੜੀਆਂ ਨੇ, ਉਹ ਤਾਂ ਸਿਰਫ ਏਅਰ ਕੈਨੇਡਾ ਹੀ ਕਰ ਸਕਦੀ ਹੈ, ਜਾਂ ਏਅਰ ਇੰਡੀਆ ਜਾਂ ਇੰਡੀਅਨ ਕੈਰੀਅਰ ਕਰ ਸਕਦੇ ਨੇ ਸਿੱਧੀ ਨਾਨ ਸਟਾਪ। ਅਤੇ ਉਹਦੇ ਵਿੱਚ ਕਾਫੀ ਇਨਵੈਸਟਮੈਂਟ ਵੱਡੀ ਜਿਹੜੀ ਹੈ ਉਹ ਚਾਹੀਦੀ ਹੈ, ਅਤੇ ਇਹ ਨਹੀਂ ਹੋਣਾ ਚਾਹੀਦਾ ਕਿ ਸੀਜ਼ਨਲ ਹੋਵੇ। ਕੋਸ਼ਿਸ਼ ਹੁੰਦੀ ਪੂਰੇ ਸਾਲ ਦੀ ਹੋਵੇ। ਪੂਰਾ ਸਾਲ ਇਕੱਲਾ ਸੀਜ਼ਨਲ ਫਲਾਈਟ ਤੋਂ ਉਹਨਾਂ ਦਾ ਬਿਜ਼ਨਸ ਪੂਰਾ ਨਹੀਂ ਕਰ ਸਕਦੀ। ਇਹਨਾਂ ਬਿਜ਼ਨਸ ਪੂਰਾ ਨਹੀਂ ਕਰ ਸਕਦੀ। ਹਾਂ, ਕਹਿੰਦੇ ਮੇਕ ਇਨਫ ਮਨੀ ਕਿ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਬਣ ਜਾਣ, ਕਿ ਜਦੋਂ ਬਾਅਦ 'ਚ ਉਸ ਤੋਂ ਬਾਅਦ ਜੇ ਘੱਟ ਵੀ ਹੋਵੇ। ਸੋ ਇਹ ਗੱਲ ਉਹਨਾਂ ਨੇ ਕਾਫੀ ਏਅਰਲਾਈਨ ਨੇ ਵੀ ਦੱਸੀਆਂ, ਅਤੇ ਜਿਹੜੇ ਟਰੈਵਲ ਏਜੰਟ ਇਨਵੋਲਵ ਨੇ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਹੈ। ਕਹਿੰਦੇ ਬੜਾ ਥਿਨ ਮਾਰਜਨ ਹੈ, ਅਤੇ ਕਿਤੇ ਕਿਤੇ ਕੋਈ ਮਾਰਕੀਟ ਸਾਡੀ ਪੈਸੇ ਲਈ ਬਣਦੀ ਹੈ। ਦੂਜੀ ਗੱਲ, ਕਾਫੀ ਲੋਕ, ਬਹੁਤ ਵੱਡੀ ਗਿਣਤੀ ਇੰਡੀਆ ਤੋਂ ਅੱਜ ਕੱਲ੍ਹ ਨਾਰਥ ਅਮੈਰੀਕਾ ਟਰੈਵਲ ਕਰਦੀ ਹੈ ਮਿਡਲ ਈਸਟਰਨ ਕੈਰੀਅਰਸ 'ਤੇ। ਉਹ ਨੇ ਐਮੀਰੇਟਸ, ਇਤਿਹਾਦ, ਕਤਰ ਏਅਰਵੇਜ਼, ਟਰਕਿਸ਼ ਏਅਰਲਾਈਨ, ਇਹ ਬਹੁਤ ਵੱਡੀਆਂ ਵੱਡੀਆਂ ਕੈਰੀਅਰਸ ਨੇ। ਬਹੁਤ ਲੋਕ ਸਾਨੂੰ ਹਾਲੇ ਵੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲ ਬਾਰ-ਬਾਰ ਲਿਖਦੇ ਨੇ ਕਿ ਐਮੀਰੇਟਸ ਨੂੰ ਕਾਂਟੈਕਟ ਕਰੋ, ਕਤਰ ਨੂੰ ਕਹੋ ਦੋਹਾ ਤੋਂ ਟੋਰਾਂਟੋ ਸ਼ੁਰੂ ਕਰ ਦੇ, ਕਿਉਂਕਿ ਅੰਮ੍ਰਿਤਸਰ ਦੋਹਾ 7 ਦਿਨ ਫਲਾਈਟ ਆਉਂਦੀ ਹੈ, ਮੌਂਟਰੀਅਲ ਚੱਲਦੀ ਹੈ ਫਲਾਈਟ ਉਹ। ਪਰ ਇਹ 'ਚ ਸਭ ਤੋਂ ਵੱਡਾ ਟੈਕਨੀਕਲ ਪਹਿਲੂ ਇਹ ਹੈ ਕਿ ਕੀ ਏਅਰਲਾਈਨਸ ਇਹ ਵਾਲੀਆਂ ਅੰਮ੍ਰਿਤਸਰ ਕਿਉਂ ਨਹੀਂ ਜਾਂਦੀਆਂ। ਉਹ 'ਤੇ ਜੀ ਸ਼ਮੀਲ ਜੀ ਤਰਲੇ ਕੱਢ ਰਹੀਆਂ ਨੇ ਕਿ ਅਸੀਂ ਅੰਮ੍ਰਿਤਸਰ ਜਾਈਏ। ਐਮੀਰੇਟਸ ਨੇ 3 ਹਫ਼ਤੇ ਪਹਿਲਾਂ ਫਿਰ ਇੰਡੀਅਨ ਗਵਰਨਮੈਂਟ ਨੂੰ ਕਿਹਾ ਵਾ ਕਿ ਸਾਨੂੰ 11 ਏਅਰਪੋਰਟਸ 'ਤੇ ਜਾਂਦੇ ਨੇ ਇੰਡੀਆ ਦੇ, ਅਤੇ ਉਹ ਕਹਿੰਦੇ ਨੇ ਸਾਨੂੰ ਅੰਮ੍ਰਿਤਸਰ 'ਤੇ ਇੱਕ ਪੁਣੇ ਦਾ ਏਅਰਪੋਰਟ ਆ, 2 ਏਅਰਪੋਰਟ ਸਾਨੂੰ ਹੋਰ ਦੇ ਦਿਓ। ਅਤੇ ਜਦੋਂ ਏਅਰਪੋਰਟ ਲੈਂਦੇ ਨੇ ਫਿਰ ਉਹ ਐਕਸਟਰਾ ਸੀਟਸ ਵੀ ਮੰਗਦੇ ਨੇ, ਹਫ਼ਤੇ ਦੀਆਂ ਇੰਨੀਆਂ ਸਵਾਰੀਆਂ ਅਸੀਂ ਲੈ ਕੇ ਜਾ ਸਕਦੇ ਹਾਂ। ਹੋਇਆ ਕੀ ਹੈ ਕਿ 2009-10 ਦੇ ਟਾਈਮ ਵੇਲੇ ਐਮੀਰੇਟਸ ਨੂੰ 11 ਏਅਰਪੋਰਟਸ ਮਿਲ ਗਏ ਇੰਡੀਆ ਦੇ। ਉਹ 66,000 ਪੈਸੰਜਰ ਇੱਕ ਪਾਸੇ ਦੇ ਹਰ ਹਫ਼ਤੇ ਲੈ ਕੇ ਆਉਂਦੇ ਨੇ, ਦਿੱਲੀ ਤੋਂ ਦੁਬਈ, ਦਿੱਲੀ ਬਾਕੀ ਏਅਰਪੋਰਟਸ ਤੋਂ ਦੁਬਈ। ਹੁਣ ਇੰਡੀਅਨ ਕੈਰੀਅਰਸ ਨੇ ਦੇਖਿਆ ਹੈ ਕਿ 66,000 ਸਵਾਰੀ ਸਾਡੀ ਉਹ ਲੈ ਕੇ ਅਤੇ ਪੂਰੀ ਦੁਨੀਆ 'ਚ ਲੈ ਕੇ ਜਾ ਰਹੇ ਨੇ, ਅਤੇ ਮੋਸਟਲੀ ਨਾਰਥ ਅਮੈਰੀਕਾ ਲੈ ਕੇ ਆਉਂਦੇ ਨੇ। ਹੁਣ ਜਹਾਜ਼ ਆ ਗਏ ਨੇ ਜਿਹੜੇ ਲੌਂਗ ਹਾਲ ਓਪਰੇਟ ਕਰ ਸਕਦੇ ਨੇ। ਸੋ ਉਸ ਤੋਂ ਬਾਅਦ 2010 ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਨੇ, ਸਪੈਸ਼ਲੀ ਜਿਹੜੀ ਸਰਕਾਰ ਆਈ ਹੈ ਪ੍ਰਾਈਮ ਮਿਨਿਸਟਰ ਮੋਦੀ ਦੇ ਅੰਡਰ, ਉਹਨਾਂ ਨੇ ਕੋਈ ਐਕਸਟਰਾ ਏਅਰਪੋਰਟਸ ਇਹਨਾਂ ਮਿਡਲ ਈਸਟਰਨ ਕੈਰੀਅਰ ਨੂੰ ਨਹੀਂ ਦਿੱਤਾ। ਉਹ 'ਚ ਅੰਮ੍ਰਿਤਸਰ ਵੀ ਸ਼ਾਮਲ ਹੈ। ਉਹਨਾਂ ਨੂੰ ਪਤਾ ਹੈ ਕਿ ਅਸੀਂ ਅੰਮ੍ਰਿਤਸਰ ਤੋਂ ਦੁਬਈ ਲਿਆ ਸਕਦੇ ਹਾਂ, ਅੰਮ੍ਰਿਤਸਰ ਤੋਂ ਦੋਹਾ ਲਿਆ ਸਕਦੇ ਹਾਂ, ਅਤੇ ਫਿਰ ਅਸੀਂ ਦੋਹਾ ਤੋਂ ਸਾਰੇ ਕਨੈਕਟ, ਦੁਬਈ ਤੋਂ ਕਨੈਕਟ ਕਰ ਦਿੰਦੇ ਹਾਂ। ਪਰ ਉਹ 'ਚ ਇੰਡੀਅਨ ਕੈਰੀਅਰਸ ਦੀ ਮਾਰਕੀਟ ਖਰਾਬ ਹੁੰਦੀ ਹੈ। ਮੈਂ ਫਿਰ ਸਾਰੇ ਦੱਸਦਾ ਪੰਜਾਬੀਆਂ ਨੂੰ, ਪੰਜਾਬ 'ਚ ਜਿੰਨੇ ਮਰਜ਼ੀ ਤੁਸੀਂ ਏਅਰਪੋਰਟ ਬਣਾ ਲਓ, ਜਿਸ ਤਰ੍ਹਾਂ ਆਪਾਂ ਚੰਡੀਗੜ੍ਹ ਦੀ ਵੀ ਗੱਲ ਕੀਤੀ ਹੈ, ਚੰਡੀਗੜ੍ਹ ਨੂੰ ਵੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਕਿ ਉੱਥੇ ਕੋਈ ਮਿਡਲ ਈਸਟਰਨ ਕੈਰੀਅਰ ਆਵੇ। ਹਾਲਾਂਕਿ ਅੰਮ੍ਰਿਤਸਰ ਜ਼ਿਆਦਾ ਫੋਰਨ ਕੈਰੀਅਰ ਆ ਸਕਦੇ ਨੇ, ਪਰ ਹੁਣ ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਰਿਪਲਾਈ ਕੀਤਾ, ਹੋਰ ਵੀ ਕੀਤਾ ਮੀਡੀਆ ਨੂੰ,
ਕਿ ਅਸੀਂ ਚਾਹੁੰਦੇ ਹਾਂ ਟੀਅਰ 2 에ਅਰਪੋਰਟ ਜਿਹੜਾ ਸਮਝੌਤਾ ਹੋਇਆ ਸੀ ਉਹਨੇ ਕੈਨੇਡਾ ਦਾ ਵੀ, ਉਹ ਸਿਰਫ 6 에ਅਰਪੋਰਟ ਦਿੱਤੇ ਨੇ ਉਹਨਾਂ ਨੇ। ਤੇ ਉਹਨਾਂ ਦਾ ਇਹ ਹੋਇਆ ਕਿ ਅਸੀਂ 6 에ਅਰਪੋਰਟ ਕਰਨੇ, ਪਰ ਅਸੀਂ ਕਹਿ ਰਹੇ ਉੱਥੇ ਆਲਰੇਡੀ ਬੜੀਆਂ ਫਲਾਈਟਾਂ ਨੇ, ਇੱਥੇ ਆ ਜਾਣ। ਪਰ ਉਹਨਾਂ ਨੇ ਇਹ ਪਾਲਿਸੀ ਬਣਾਈ ਹੋਈ ਹੈ। ਸੋ ਬੇਸਿਕਲੀ ਤੁਹਾਨੂੰ ਲੱਗਦਾ ਜਿਹੜੀਆਂ ਦੂਸਰੀਆਂ 에ਅਰਲਾਈਨਸ ਨੇ ਲੋਕਲ ਉੱਥੋਂ ਵਾਲੀਆਂ, ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਕਸਟਮਰ ਖਰਾਬ ਹੋਏਗਾ। ਇਹ ਸਿਰਫ ਇੰਡੀਅਨ ਕੈਰੀਅਰ ਨਹੀਂ ਹੈ, ਇਹ ਕੈਨੇਡਾ ਦਾ ਵੀ ਜਿਹੜਾ ਹੈ ਉਹ ਵੀ ਇਸ ਤਰ੍ਹਾਂ ਕਿ ਕਤਰ 에ਅਰਵੇਜ਼ ਜਿਹੜੀ ਹੈ ਉਹ ਟੋਰਾਂਟੋ ਤੇ ਵੈਂਕੂਵਰ ਨਹੀਂ ਜਾ ਸਕਦੀ। ਕਿਉਂ ਨਹੀਂ ਜਾ ਸਕਦੀ? ਕਿਉਂਕਿ ਜੋ ਜਾਣ ਲੱਪੀ, ਚਲੋ ਦਿੱਲੀ ਤੇ ਮਾਰਕੀਟ ਦੇਖਦੇ ਹਾਂ ਅਸੀਂ, ਪਰ ਜੇ ਉਹ ਟੋਰਾਂਟੋ ਤੋਂ ਦੋਹਾ ਜਾਏਗੀ ਤੇ ਦੋਹਾ ਤੋਂ ਅਹਿਮਦਾਬਾਦ ਦੀ ਫਲਾਈਟ ਵੀ, ਉਹ 11 에ਅਰਪੋਰਟਸ ਤੇ ਫਲਾਈਟ ਨੇ। ਹਾਲਾਂਕਿ ਉੱਥੇ ਇੰਨੇ ਪੰਜਾਬੀ ਨਹੀਂ ਰਹਿੰਦੇ ਹੋਣਗੇ ਭਾਵੇਂ ਉਹਨਾਂ ਦੀ ਕਮਿਊਨਿਟੀ 'ਚੋਂ, ਪਰ ਫਿਰ ਵੀ ਜਿਹੜੀ ਟੋਰਾਂਟੋ ਤੋਂ ਦਿੱਲੀ ਫਲਾਈਟ ਜਾ ਰਹੀ ਹੈ ਸਿੱਧੀ, ਉੱਤੇ ਕੁਝ ਇਫੈਕਟ ਹੋਏਗਾ, ਕੰਪੀਟੀਸ਼ਨ ਵੱਧ ਜਾਏਗਾ। ਸੋ ਇਹ ਬਹੁਤ ਵੱਡਾ ਟੈਕਨੀਕਲ ਪਹਿਲੂ ਹੈ ਜਿਹੜਾ, ਤੇ ਇਹਦੇ ਲਈ ਅਸੀਂ ਲੌਬਿੰਗ ਵੀ ਕਰ ਸਕਦੇ ਹਾਂ, ਐਡਵੋਕੇਸੀ ਕਰ ਸਕਦੇ ਹਾਂ ਗਵਰਨਮੈਂਟ ਆਫ ਇੰਡੀਆ ਨੂੰ ਵੀ, ਪਰ ਨਾਲ ਦੀ ਨਾਲ ਅਸੀਂ ਗਵਰਨਮੈਂਟ ਆਫ ਕੈਨੇਡਾ ਨੂੰ ਵੀ ਕਹਿ ਸਕਦੇ ਹਾਂ ਕਿ ਪਰ ਉੱਥੇ ਫਿਰ 에ਅਰ ਕੈਨੇਡਾ ਆ ਜਾਏਗੀ ਕਿ ਹਾਂ ਵੀ ਸਾਡਾ ਨੁਕਸਾਨ ਹੋਏਗਾ। ਈਵਨ ਦੋ ਸੋ ਜਿਹੜੀਆਂ ਇਹ ਵੱਡੇ ਨੈਸ਼ਨਲ ਕੈਰੀਅਰ ਨੇ, ਉਹਨਾਂ ਦਾ ਜਿਹੜਾ ਕੰਪੀਟੀਸ਼ਨ ਹੈ ਉਹ ਵੀ ਵਿੱਚ ਰੁਕਾਵਟ ਬਣਦਾ। ਇਹਨੂੰ ਕਹਿੰਦੇ ਨੇ ਐਰੋਪੋਲਿਟੀਕਲ ਅਫੇਅਰਸ। ਸੋ ਦੈਟਸ ਵਾਈ ਦੇ ਆਲਵੇਜ਼ ਹੈਵ ਅ ਡਿਪਾਰਟਮੈਂਟ ਕਾਲ ਐਰੋਪੋਲਿਟੀਕਲ। ਕੋਈ ਨਾ ਕੋਈ ਬੰਦਾ ਜੌਬ ਤੇ ਹੁੰਦਾ ਜਿੱਥੇ ਉਹ ਨੈਗੋਸ਼ੀਏਸ਼ਨਸ ਕਰਦੇ ਨੇ। ਹੁਣ ਇਟਲੀ ਜਿਹੜਾ ਸੀਗਾ, ਉੱਤੋਂ ਅੰਮ੍ਰਿਤਸਰ ਇਟਲੀ ਨਹੀਂ ਸੀ ਹੈਗਾ, ਪਰ ਹੁਣ ਉੱਧਰੋਂ ਇੰਡੀਅਨ ਕੈਰੀਅਰ ਨੇ ਸ਼ੁਰੂ ਕੀਤੀ, ਫਿਰ ਇਟਾਲੀਅਨ ਕੈਰੀਅਰ ਨੇ ਵੀ ਸ਼ੁਰੂ ਕੀਤੀ। ਸੋ ਇਸ ਤਰ੍ਹਾਂ ਕਦੀ ਕੰਟਰੀਜ਼ ਰੈਸੀਪ੍ਰੋਕਲ ਕਰਦੀਆਂ ਨੇ ਕਿ ਤੁਸੀਂ ਤੁਹਾਡਾ 3 ਲੈ ਆਓ, ਅਸੀਂ 3 ਲੈ ਜਾਵਾਂਗੇ, ਤੁਹਾਨੂੰ ਅਸੀਂ ਦੇ ਦਿੰਦੇ ਹਾਂ ਪਰਮਿਸ਼ਨ। ਸੋ ਦਿਸ ਇਜ਼ ਆਲ ਡਿਪੈਂਡਸ ਔਨ ਨੈਗੋਸ਼ੀਏਸ਼ਨ, ਕਿੰਨੀ ਵਧੀਆ ਨੈਗੋਸ਼ੀਏਸ਼ਨਸ ਹੁੰਦੀਆਂ ਨੇ। ਹੁਣ ਇੰਡੀਅਨ ਕੈਰੀਅਰ ਜਿਹੜੇ ਨੇ ਅੰਮ੍ਰਿਤਸਰ ਤੋਂ ਆ ਸਕਦੇ ਨੇ, ਪਰ ਇਸੇ ਮਾਰਕੀਟ ਨੂੰ ਫਿਰ ਜਿਹੜੇ ਇੰਡੀਅਨ ਕੈਰੀਅਰਸ ਨੇ ਉਹ ਫਾਇਦਾ ਉਠਾ ਲੈਣੇ ਦਾ। ਹਾਂਜੀ, ਉਹਦੇ ਵਿੱਚ ਉਹਨਾਂ ਲਿਆ ਉਹ ਦੂਸਰਿਆਂ ਨੂੰ ਨਹੀਂ ਦੇਣਾ ਚਾਹੁੰਦੇ। ਬਹੁਤ ਵਧੀਆ ਤੁਸੀਂ ਪੁਆਇੰਟ ਰੇਜ਼ ਕੀਤਾ ਹੈ ਕਿ ਜੇ ਇੰਡੀਅਨ ਕੈਰੀਅਰ ਨੂੰ ਪਤਾ ਨਹੀਂ ਲੱਗਦਾ, ਪਰ ਉਹਨਾਂ ਦੇ ਦੇਖੋ ਦਿੱਲੀ ਮਾਰਕੀਟ ਆਲਰੇਡੀ ਐਸਟੈਬਲਿਸ਼ ਹੋ ਗਈ ਹੈ, ਪੰਜਾਬੀ ਦਿੱਲੀ ਜਾ ਰਹੇ ਨੇ, ਉਹ ਫਿਰ ਕਹਿੰਦੇ ਜਿਹੜੇ ਐਗਜ਼ਿਸਟਿੰਗ ਰੂਟ ਆ ਅਸੀਂ ਉਹਨੂੰ ਅਸਰ ਨਹੀਂ ਕਰਨਾ। ਉਹਨੂੰ ਵੀ ਜੇ ਸਾਡਾ ਕੰਮ ਚੱਲਦਾ, ਅਸੀਂ ਕਿਉਂ ਆਪਣਾ ਐਗਜ਼ਿਸਟਿੰਗ ਖਰਾਬ ਕਰੀਏ। ਪਰ ਹੁਣ ਇੱਕ ਪਹਿਲੂ ਹੋਰ ਦੇਖਣ 'ਚ ਆਇਆ ਵਾ ਕਿ ਟੋਰਾਂਟੋ, ਲੰਡਨ ਤੋਂ ਅਹਿਮਦਾਬਾਦ, ਲੰਡਨ ਤੋਂ ਅੰਮ੍ਰਿਤਸਰ, ਲੰਡਨ ਤੋਂ ਗੋਆ ਤੇ ਕੋਚੀ, 4 ਥਾਵਾਂ ਤੋਂ ਫਲਾਈਟ ਉਹਨਾਂ ਨੇ ਸ਼ੁਰੂ ਕੀਤੀਆਂ ਹੁਣ ਦੂਜੇ 에ਅਰ ਇੰਡੀਆ ਨੇ। ਮੈਂ ਜਦੋਂ ਡੇਟਾ ਕੱਢਦਾ ਵਾਂ ਤੇ ਮੈਂ ਵੇਖਦਾ ਵਾਂ ਕਿ ਉਹਨਾਂ ਦੂਜੇ 3 에ਅਰਪੋਰਟ ਤੋਂ ਸਵਾਰੀਆਂ ਜ਼ਿਆਦਾ ਜਾ ਰਹੀਆਂ ਡਾਇਰੈਕਟ ਫਲਾਈਟ ਤੇ। ਅੱਛਾ। ਤੇ ਅੰਮ੍ਰਿਤਸਰ ਘੱਟ ਜਾ ਰਹੀਆਂ। ਅੰਮ੍ਰਿਤਸਰ ਜਾ ਰਹੀਆਂ ਸੀ ਕਿਸੇ ਮਹੀਨੇ 85%, ਜਦੋਂ ਤੁਸੀਂ ਲੋਡ ਕੱਢਿਆ ਤੇ ਅਹਿਮਦਾਬਾਦ ਲਈ 95% ਜਾ ਰਹੀਆਂ ਸੀ। ਜਦੋਂ ਅਸੀਂ ਆਪਣੇ ਪੇਜ ਤੇ ਕਿਤੇ ਪਾਣੇ ਜਾਂ ਇੱਥੇ ਕਰਦੇ ਵੇ ਇੰਟਰਵਿਊ, ਕਹਿੰਦੇ ਜੀ ਟਿਕਟ ਮਹਿੰਗੀ ਹੈ, $200, 200 ਪਾਉਂਡ। ਬਹੁਤ ਮੈਨੂੰ ਸਵਾਲ ਆਉਂਦੇ ਨੇ। ਹੁਣ 에ਅਰਲਾਈਨ ਦੇਖਦੀ ਹੈ ਕਿ ਸਾਡੇ ਕੋਲ ਕਿੰਨਾ ਮਹਿੰਗੀ ਟਿਕਟਾਂ ਲੈਣ। ਸੋ ਇਹ ਬੜੇ ਪਹਿਲੂ ਨੇ ਜੀ। ਸੋ ਬੇਸਿਕਲੀ ਮਤਲਬ ਕਹਿਣ ਨੂੰ ਭਾਵੇਂ ਅਸੀਂ ਕਹਿੰਦੇ ਹਾਂ, ਪਰ ਜਦੋਂ ਅੰਮ੍ਰਿਤਸਰ ਨੂੰ ਫਲਾਈਟ ਚੱਲਦੀ ਹੈ ਅਸੀਂ ਸਾਰੇ ਯੂਜ਼ ਨਹੀਂ ਕਰਦੇ। ਉਹ ਨਹੀਂ ਕਰਦੇ ਕਿਉਂਕਿ ਬਰਮਿੰਗਮ ਤੋਂ ਪੰਜਾਬੀਆਂ ਕੋਲ ਆਪਸ਼ਨ ਨਹੀਂ ਹੈਗੀ ਦਿੱਲੀ ਜਾਣ ਦੀ। ਇਸ ਵੇਲੇ ਹੈਗੀ ਹੈ ਪਰ ਇੰਨੀਆਂ ਫਲਾਈਟਾਂ ਨਹੀਂ ਹੈਗੀਆਂ। ਉਹ ਫਲਾਈਟ ਪੂਰੀ ਅਸੀਂ ਦੇਖ ਰਹੇ ਹਾਂ 99% ਭਰੀ ਆ ਰਹੀ ਹੈ। ਪਰ ਲੰਡਨ ਤੋਂ ਰੋਜ਼ਾਨਾ ਦਿੱਲੀ ਪਤਾ ਨਹੀਂ ਕਿੰਨੀਆਂ 30-40 ਫਲਾਈਟਾਂ ਆਉਂਦੀਆਂ ਨੇ, 30 ਫਲਾਈਟਾਂ 25-30 ਐਮਿਰੇਟਸ ਵੀ ਆਉਂਦੀ ਹੈ। ਸੋ ਜਦੋਂ ਕਸਟਮਰ ਸਾਡਾ ਹੈ, ਚਲੋ ਕਸਟਮਰ ਨੇ ਪੈਸੇ ਬਚਾਉਣੇ ਆ। ਸੋ ਇਹ ਗੱਲਾਂ ਸਾਨੂੰ ਏਜੰਟ ਜਿਹੜੇ ਨੇ ਮਾਰਕੀਟ ਦੇ ਰਹੇ ਨੇ ਕਿ ਸਾਡੇ ਕੋਲ ਟਰੈਵਲਰ ਆਉਂਦਾ ਟਰੈਵਲਰ ਤਾਂ ਸਾਨੂੰ ਸਸਤੀ ਟਿਕਟ ਕੱਢ ਦੇ। ਇਹ ਨਹੀਂ ਕਿ ਹੈ ਨਹੀਂ, ਪਰ ਮੇਰਾ ਪਹਿਲੂ ਸਾਡਾ, ਪਰ ਉਹ ਬੰਦਾ ਦੇਖਦਾ ਕਿ ਜੇ ਮੈਨੂੰ ਦਿੱਲੀ ਜਾ ਕੇ ਦਿੱਲੀ ਜਾਣ ਲਈ $200 ਦੀ ਸਸਤੀ ਮਿਲਦੀ ਹੈ ਤੇ ਫਿਰ ਉਹ ਬੰਦਾ ਅੰਮ੍ਰਿਤਸਰ ਨਹੀਂ ਜਾਂਦਾ, ਉਹ ਦਿੱਲੀ ਜਾਂਦਾ। ਉਹ ਫਿਰ ਦਿੱਲੀ ਜਾਂਦਾ ਹੈ। ਇਸੇ ਕਰਕੇ ਜਿਹੜਾ ਅਹਿਮਦਾਬਾਦ ਦਾ ਬੰਦਾ, ਜਿਹੜਾ ਗੋਆ ਦਾ ਬੰਦਾ ਹੈ, ਜਿਹੜਾ ਕੋਚੀ ਦਾ ਬੰਦਾ, ਕੇਰਲਾ ਦਾ, ਉਹ ਇਹ ਨਹੀਂ ਵੇਖਦਾ ਕਿਉਂਕਿ ਉਹਦੇ ਕੋਲ ਬੱਸ ਤੇ ਜਾਣ ਦੀ ਆਪਸ਼ਨ ਨਹੀਂ ਹੈ, ਕਿਉਂਕਿ ਦੂਰ ਬਹੁਤ ਹੈ। ਹਾਂਜੀ, ਤੇ ਉਹਨੂੰ ਪਤਾ ਹੈ ਕਿ ਮੈਨੂੰ ਕਨੈਕਸ਼ਨ ਲੈ ਕੇ ਜਾਣਾ ਪਏਗਾ ਜਾਂ ਕਿਸ ਤਰ੍ਹਾਂ ਵੀ ਹੈ। ਸਾਡਾ ਬੰਦਾ ਸੋਚ ਲੈਂਦਾ ਕਿ ਮੈਨੂੰ $500 ਲੱਗਣਾ ਤੇ ਮੈਂ 1500 ਲੱਗਣਾ, ਮੈਂ ਬੱਸ ਤੇ ਬਹੂੰਗਾ 8 ਘੰਟੇ। ਦੂਜੀ ਗੱਲ ਆ ਜਾਂਦੀ ਹੈ ਜੇ ਉਹ ਵੱਖਰੀ ਫਲਾਈਟ ਲੈਣ ਤੇ ਸਾਡੇ ਪੰਜਾਬੀ ਜਿਹੜੇ ਨੇ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਕਿ ਇਹ ਪਾਪੜ ਵੀ ਲੈ ਆਈਏ, ਚਲੋ ਜੋ ਮੈਂ ਕਿਸੇ ਨੂੰ ਕਹਿਣਾ ਸਮਾਨ ਲੈ ਆਈਏ। ਤੇ ਜਿਹੜੀਆਂ ਡੋਮੈਸਟਿਕ ਕੈਰੀਅਰ ਅਸੀਂ ਕਨੈਕਸ਼ਨ ਫਲਾਈਟ ਵੱਖਰੀ ਟਿਕਟ ਲੈਂਦੇ ਹਾਂ, ਉਹਦੇ 'ਚ ਫਿਰ ਉਹ ਲਗੇਜ ਨਹੀਂ ਜਾਂਦਾ, ਉਹਦੇ ਪੈਸੇ ਦੇਣੇ ਪੈਂਦੇ। ਹੁਣ ਇੰਡੀਅਨ ਕੈਰੀਅਰਸ ਨੇ ਕਰਤਾ ਕਿ ਅਸੀਂ 2 ਨਹੀਂ ਅਲਾਓ ਕਰਨੇ। ਸੋ ਇਹ ਚੀਜ਼ਾਂ ਬਹੁਤ ਸਾਰੇ ਪਹਿਲੂ ਨੇ, ਪਰ ਵੱਡਾ ਪਹਿਲੂ ਸ਼ਮੀਲ ਜੀ ਇਹ ਹੈ ਕਿ ਮੈਂ ਸਾਰਿਆਂ ਨੂੰ ਦੱਸਦਾ, ਚੰਡੀਗੜ੍ਹ ਏਅਰਪੋਰਟ ਬਣ ਗਿਆ। ਹੁਣ ਮੀਡੀਆ 'ਚ ਬਹੁਤ ਆ ਰਿਹਾ, ਹੋ ਸਕਦਾ ਪੰਜਾਬ ਸਰਕਾਰ ਭਾਵੇਂ ਜਿਹੜੀ ਵੀ ਪਹਿਲਾਂ ਵੀ ਰਹਿ ਚੁੱਕੀ ਹੈ, ਬੜਾ ਰੌਲਾ ਪਾਇਆ ਜਾਂਦਾ ਕਿ ਸਿੱਧਾ ਕੈਨੇਡਾ ਜਾਓ। ਪਰ ਜਦੋਂ ਤੱਕ ਇੰਡੀਅਨ ਕੈਰੀਅਰ ਆਉਣ ਨੂੰ ਤਿਆਰ ਨਹੀਂ, ਬਾਹਰ ਵਾਲੇ ਜਾਣ ਨਹੀਂ ਸਕਦੇ ਕਿਉਂਕਿ ਉਹ ਕਹਿੰਦੇ ਅਸੀਂ ਹਵਾਈ ਸਮਝੌਤੇ ਦੇਣੇ ਨਹੀਂ। ਤੇ ਫਿਰ ਤੁਹਾਡੇ ਲੁਧਿਆਣੇ ਏਅਰਪੋਰਟ ਤੋਂ ਕਿੱਦਾਂ ਫਲਾਈਟ ਸ਼ੁਰੂ ਹੋਣੀ। ਇਹਦੇ 'ਚ ਹੁਣ ਹੋਰ ਵੀ ਕਈ ਨੁਕਤੇ ਨੇ, ਉਹਨਾਂ ਬਾਰੇ ਵੀ ਅਸੀਂ ਗੱਲਬਾਤ ਕਰਦੇ ਹਾਂ। ਸੁਮੀਤ ਜੀ, ਆਪਾਂ ਗੱਲਬਾਤ ਕੁਛ ਕੀਤੀ ਆ ਕਿ ਅਸਲ ਦੇ 'ਚ ਕਿਉਂਕਿ ਅਲਟੀਮੇਟਲੀ ਗੱਲ ਤਾਂ ਬਿਜ਼ਨਸ ਦੀ ਹੈ, ਬਾਕੀ ਤੇ ਪੋਲੀਟਿਕਸ ਐਵੇਂ ਉਹ ਤਾਂ ਬਿਆਨਬਾਜ਼ੀ ਹੁੰਦੀ ਹੈ, ਤੇ ਅਸਲੀ ਗੱਲ ਹੈ ਕਿ ਗੱਲ ਬਿਜ਼ਨਸ 'ਤੇ ਨਿਬੜਦੀ ਹੈ। ਤੇ ਜਾਂ ਜਿਹੜੀਆਂ ਕੰਪਨੀਜ਼ ਦਾ, ਏਅਰਲਾਈਨ ਦਾ ਜਿਹੜਾ ਕੰਪੀਟੀਸ਼ਨ ਹੈ ਆਪਸ 'ਚ, ਉੱਥੇ ਗੱਲ ਨਿਬੜਦੀ ਹੈ। ਤੇ ਜੇ ਆਪਾਂ ਕਹਿੰਦੇ ਹਾਂ ਕਿ ਜੀ ਇਹ ਬਿਜ਼ਨਸ ਕੇਸ
ਬਿਜ਼ਨਸ ਕੇਸ ਬਣਾਉਣਾ ਪਏਗਾ। ਅਤੇ ਬਿਜ਼ਨਸ ਕੇਸ ਜੋ ਮੈਨੂੰ ਇੱਕ ਚੀਜ਼ ਸਮਝ ਆਈ ਕਿ ਅਸਲ ਦੇ 'ਚ ਅੰਮ੍ਰਿਤਸਰ ਦੀ ਬਜਾਏ ਜੇ ਮੰਨ ਲਓ ਚੰਡੀਗੜ੍ਹ ਏਅਰਲਾਈਨ ਹੈ, ਕਿਉਂਕਿ ਤੁਸੀਂ ਅੰਮ੍ਰਿਤਸਰ ਦੀ ਗੱਲ ਕਰ ਰਹੇ ਹੋ, ਸ਼ਾਇਦ ਸਿੰਬੋਲਿਕਲੀ ਅੰਮ੍ਰਿਤਸਰ ਦੀ ਕਰ ਰਹੇ ਹੋ, ਤਾਂ ਉਹਦੇ 'ਚ ਮਾਰਕੀਟ ਵੱਡਾ ਖੇਤਰ ਹੈ ਜਿਹਨੂੰ ਉਹ ਮਤਲਬ ਕੇਟਰ ਕਰ ਸਕਦਾ। ਉਹਦੇ 'ਚ ਪੂਰਾ ਹਿਮਾਚਲ ਵੀ ਹੈ, ਉਹਦੇ 'ਚ ਪੰਜਾਬ ਦਾ ਵੀ ਬੜਾ ਵੱਡਾ ਹਿੱਸਾ ਹੈ, ਨਾਲ ਹਰਿਆਣਾ ਵੀ ਹੈ। ਅਤੇ ਜਿਹੜੀ ਇਹ ਕਿਹਾ ਜਾਂਦਾ ਕਿ ਅੰਮ੍ਰਿਤਸਰ ਨੂੰ ਸ਼ਾਇਦ ਓਨਾ ਕਸਟਮਰ ਨਹੀਂ ਮਿਲਦਾ, ਉਹਦਾ ਕਾਰਨ ਇਹ ਵੀ ਹੈ ਕਿ ਅੰਮ੍ਰਿਤਸਰ ਪੰਜਾਬ ਦੇ ਵੀ ਹਿੱਸੇ ਨੂੰ ਓਨਾ ਹੀ ਦੂਰ ਹੈ ਜਿੰਨਾ ਦਿੱਲੀ ਦੂਰ ਹੈ। ਅਤੇ ਕਿਤੇ ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਜਿਹੜਾ ਇਕੱਲਾ ਅੰਮ੍ਰਿਤਸਰ 'ਤੇ ਫੋਕਸ ਕਰਨਾ, ਉਹਦੀ ਬਜਾਏ ਜੇ ਚੰਡੀਗੜ੍ਹ 'ਤੇ ਫੋਕਸ ਕੀਤਾ ਜਾਂਦਾ ਤਾਂ ਸ਼ਾਇਦ ਜ਼ਿਆਦਾ ਵਾਈਡਰ ਮਾਰਕੀਟ ਉੱਥੇ ਬਣਦੀ ਹੈ। ਨਹੀਂ ਜੀ, ਇਹ ਉਲਟਾ ਹਿਸਾਬ ਹੈ ਜੀ। ਹਾਂ। ਚੰਡੀਗੜ੍ਹ ਤੋਂ ਦਿੱਲੀ ਜ਼ਿਆਦਾ ਕੋਲ ਹੈ। ਅੱਛਾ। ਸੋ ਚੰਡੀਗੜ੍ਹ ਨੂੰ ਜੇ ਅਸੀਂ ਕਹਿੰਦੇ ਨਾ ਦਿੱਲੀ ਨਹੀਂ ਆਉਣ ਦਿੰਦੀ, ਦਿੱਲੀ ਨੂੰ ਜ਼ਿਆਦਾ ਨੁਕਸਾਨ ਚੰਡੀਗੜ੍ਹ ਤੋਂ ਹੋਊਗਾ। ਓਕੇ। ਕਿਉਂਕਿ ਉੱਥੋਂ 2.5-3 ਘੰਟੇ ਲੱਗਦੇ ਨੇ। ਅਤੇ ਏਅਰਲਾਈਨਸ ਨੂੰ ਵੀ ਪਤਾ ਹੈ ਕਿ ਸਾਨੂੰ ਬਹੁਤ ਵੱਡਾ ਕੰਮ ਕਰਨਾ ਪਏਗਾ ਕੰਪੀਟੀਸ਼ਨ ਜੇ ਇੰਡੀਅਨ ਕੈਰੀਅਰ ਸ਼ੁਰੂ ਕਰਦਾ ਹੈ ਚੰਡੀਗੜ੍ਹ ਤੋਂ ਫਲਾਈਟ। ਉਹਨਾਂ ਨੇ ਟਿਕਟਾਂ ਵੀ ਥੋੜ੍ਹੀਆਂ ਮਹਿੰਗੀਆਂ ਰੱਖਣੀਆਂ ਕਿਉਂਕਿ ਉਹਨਾਂ ਦਾ ਕਸਟਮਰ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ, ਕਸਟਮਰ ਘੱਟ ਹੈ। ਅਤੇ ਫਿਰ ਉਹਦੇ ਲਈ 2.5 ਘੰਟੇ 3 ਘੰਟੇ ਤੁਸੀਂ ਦਿੱਲੀ ਪਹੁੰਚ ਸਕਦੇ ਜੇ। ਜਦੋਂ ਕਸਟਮਰ ਨੂੰ ਹਰਿਆਣੇ ਵਾਲੇ ਨੂੰ ਉਹਨੂੰ ਤਾਂ ਓਨਾ ਹੀ ਪੈਣਾ, ਜਿੱਦਾਂ ਲੋਕੀ ਕਹਿ ਦਿੰਦੇ ਲੁਧਿਆਣੇ ਵਾਲੇ ਸਾਨੂੰ ਕਹਿ ਦਿੰਦੇ ਪਟਿਆਲੇ, ਸਾਨੂੰ ਤਾਂ ਦਿੱਲੀ ਵੀ ਓਨਾ ਪੈਂਦਾ 6 ਘੰਟੇ ਉੱਧਰ। ਅਤੇ ਪਤਾ ਨਹੀਂ ਸਾਨੂੰ ਹਾਲੇ ਤੱਕ ਸਮਝ ਨਹੀਂ ਆਈ ਕਿ ਪਟਿਆਲੇ ਤੋਂ ਅੰਮ੍ਰਿਤਸਰ 6 ਘੰਟੇ ਕਿੱਦਾਂ ਲੱਗਦੇ ਨੇ। ਪੂਰਾ ਪੰਜਾਬ ਅੰਮ੍ਰਿਤਸਰ ਤੋਂ 3 ਘੰਟੇ 'ਚ ਕਵਰ ਹੋ ਜਾਂਦਾ ਜੀ। ਦਿੱਲੀ ਜਦੋਂ ਟ੍ਰੈਫਿਕ 'ਚ ਫਸ ਜਾਂਦੇ ਜੇ 2 ਘੰਟੇ ਤਾਂ ਉੱਥੇ ਲੱਗ ਜਾਂਦੇ ਨੇ। ਜੇ ਉੱਥੇ ਲਗੇਜ ਘੱਟ ਆਵੇ, ਇਮੀਗ੍ਰੇਸ਼ਨ ਲਾਈਨਾਂ ਲੱਗਦੀਆਂ, ਤੁਸੀਂ ਦੇਖਿਆ ਕਿੱਦਾਂ ਏਅਰਪੋਰਟ ਦੇ ਬਾਹਰ। ਸਾਨੂੰ ਇਹ ਗੱਲ ਹਾਲੇ ਤੱਕ ਸਮਝ ਨਹੀਂ ਆਈ। ਅਤੇ ਅੰਮ੍ਰਿਤਸਰ ਜਿਹੜਾ ਵਾ ਪੂਰੇ ਪੰਜਾਬ ਤੋਂ 3 ਘੰਟੇ ਦੇ ਅੰਦਰ ਆ। ਜੇਕਰ ਅਸੀਂ ਗੱਲ ਕਰ ਰਹੇ ਹਾਂ, ਅਸੀਂ ਕਹਿੰਦੇ ਚੰਡੀਗੜ੍ਹ ਸ਼ੁਰੂ ਹੋਣ ਫਲਾਈਟਾਂ, ਇਹਨਾਂ ਸਾਡੇ ਦਰਸ਼ਕ ਲੱਗਣ ਕਿ ਸਾਨੂੰ ਕੋਈ ਚੰਡੀਗੜ੍ਹ ਤੋਂ ਕੋਈ ਪ੍ਰੋਬਲਮ ਹੈ, ਪਰ ਇੰਨਾ ਅਸੀਂ ਦੇਖਿਆ ਜੋ ਗੱਲ ਕੀਤੀ ਏਅਰਲਾਈਨਸ ਨਾਲ, ਚੰਡੀਗੜ੍ਹ ਜ਼ਿਆਦਾ ਕੰਪੀਟੀਸ਼ਨ ਉਹਦਾ ਦਿੱਲੀ ਨਾਲ ਹੈ, ਅੰਮ੍ਰਿਤਸਰ ਦਾ ਇੰਨਾ ਨਹੀਂ ਹੈ। ਦਿੱਲੀ ਵਾਲੇ ਨੇ ਉਹ ਅੰਮ੍ਰਿਤਸਰ ਵਾਲੇ ਨੂੰ ਤਾਂ ਭਾਵੇਂ ਥੋੜ੍ਹਾ ਬਹੁਤ ਟੋਲਰੇਟ ਕਰ ਲੈਣਗੇ, ਚੰਡੀਗੜ੍ਹ ਉਹਨਾਂ ਨੂੰ ਜ਼ਿਆਦਾ ਰਿਸਕ ਲੱਗਦਾ ਆਪਣੇ ਲਈ। ਕਿਉਂਕਿ ਚੰਡੀਗੜ੍ਹ ਨਹੀਂ, ਉਹਨਾਂ ਨੂੰ ਨਹੀਂ ਲੱਗਦਾ, ਏਅਰਲਾਈਨਸ ਨੂੰ ਵੀ ਚੰਡੀਗੜ੍ਹ ਰਿਸਕ ਲੱਗਦਾ ਹੈ ਜੀ। ਸਾਨੂੰ ਦੋਵੇਂ ਪਹਿਲੂ ਨੇ। ਅਤੇ ਨਾਲੇ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਨੇਬਰ, ਪੰਜਾਬ ਸਰਕਾਰ ਵੀ ਕਹੀ ਜਾਂਦੀ ਹੈ ਕਿ ਹਰਿਆਣਾ ਹਿਮਾਚਲ ਹੈ, ਅੰਮ੍ਰਿਤਸਰ ਦੇ ਨਾਲ ਜੀ ਜੰਮੂ ਲੱਗਦਾ। ਕਸ਼ਮੀਰ ਜਿਹੜਾ ਸ੍ਰੀਨਗਰ ਸਾਰਾ ਅਲੱਗ ਜੰਮੂ ਹੈ। ਅੰਮ੍ਰਿਤਸਰ ਦੇ ਨਾਲ ਹਿਮਾਚਲ ਪ੍ਰਦੇਸ਼ ਹੈ, ਉਹ ਵੀ 2-3 ਘੰਟੇ 'ਚ ਹੈ। ਸੋ ਕਾਫੀ ਜਿਹੜਾ ਕੈਚਮੈਂਟ ਏਰੀਆ ਹੈ ਜਲੰਧਰ ਸਾਰਾ, ਉਹ ਅੰਮ੍ਰਿਤਸਰ ਨਾਲ ਹੁਣ ਐਕਸਪ੍ਰੈਸ ਵੇ ਬਣ ਰਿਹਾ। ਲੁਧਿਆਣੇ ਉਹ ਅੰਮ੍ਰਿਤਸਰ ਸਿਰਫ 1.5-2 ਘੰਟੇ 'ਚ ਇੱਕ ਵਾਇਆ ਰੋਡ ਬਣਨੀ ਹੈ, ਰਸਤੇ 'ਚੋਂ GT ਰੋਡ ਤੋਂ ਨਿਕਲਣੀ ਹੈ, ਸਿੱਧੀ ਅੰਮ੍ਰਿਤਸਰ ਹਵਾਈ ਅੱਡੇ ਪਹੁੰਚ ਜਾਣੀ ਹੈ। ਪਰ ਸਾਡੀ ਬਦਕਿਸਮਤੀ ਇਹ ਹੈ, ਤਰਾਸਦੀ ਵੀ ਕਹਿ ਦਿੰਦੇ ਹਾਂ, ਕਿ ਪਿਛਲੇ ਸਾਲ ਬੱਸ ਸੇਵਾ ਸਰਕਾਰੀ ਸ਼ੁਰੂ ਕੀਤੀ ਹੈ। ਅਤੇ ਜਲੰਧਰੋਂ ਲੁਧਿਆਣਿਓਂ, ਕੱਲ੍ਹ ਹੀ ਮੈਨੂੰ ਕਿ ਇੱਥੇ ਮੇਰਾ ਰਿਲੇਟਿਵ ਮਿਲਿਆ, ਕਹਿੰਦੇ ਅਸੀਂ ਅੰਮ੍ਰਿਤਸਰੋਂ 1500 ਰੁਪਏ ਦਿੱਲੀ ਗਈ ਹਾਂ ਮੈਂ, 9 ਕਿ 10 ਘੰਟੇ ਲੱਗੇ ਨੇ। ਕਿਉਂ ਗਏ ਨੇ? ਮੈਂ ਕਿਹਾ ਤੁਸੀਂ ਫਲਾਈਟ ਕਿਉਂ ਨਹੀਂ ਲਈ? ਕਿਉਂਕਿ ਮੈਂ ਇੱਕ ਟੈਚੀ ਐਕਸਟਰਾ ਲੈ ਕੇ ਆਉਣਾ ਵਾ। ਮੈਂ ਕਿਹਾ ਇੱਕ ਟੈਚੀ ਐਕਸਟਰਾ ਲਿਆਉਣ ਲਈ ਤੁਸੀਂ 11 ਘੰਟੇ ਖਰਾਬ ਕੀਤੇ ਨੇ। ਤੁਸੀਂ ਅੰਮ੍ਰਿਤਸਰੋਂ ਫਲਾਈਟ ਫੜਦੇ 4 ਘੰਟੇ ਦਾ ਮਾਰਜਨ ਰੱਖ ਲਓ, ਜੇ ਲੇਟ ਹੋ ਗਈ ਜਾਂ ਕਿੱਦਾਂ ਵੀ ਆ, ਵੱਖਰੀ ਟਿਕਟ ਲੈ ਲਓ। ਸੋ ਇਹ ਜਿਹੜੇ ਸਾਰੇ ਪਹਿਲੂ ਨੇ, ਆਪਾਂ ਚੰਡੀਗੜ੍ਹ ਨੂੰ ਜ਼ਿਆਦਾ ਮੈਂ ਕਹਾਂਗਾ ਇਹਦੇ ਵਿੱਚ ਪ੍ਰੋਬਲਮ ਆਏਗੀ। ਜਦ ਕਿ ਨਾਲੇ ਸੈਕਿੰਡਲੀ ਉਹ ਏਅਰਫੋਰਸ ਦਾ ਪਹਿਲਾਂ ਸੀਗਾ, ਹੁਣ ਪਰਮਿਸ਼ਨ ਮਿਲ ਗਈ ਹੈ ਉਹਨਾਂ ਨੂੰ, ਪਰ ਹਾਲੇ ਵੀ ਉੱਥੇ ਸ਼ਮੀਲ ਜੀ CAT 3 ਸਿਸਟਮ ਨਹੀਂ ਲੱਗਾ। ਅੰਮ੍ਰਿਤਸਰ ਸਿਰਫ 1-2 ਫਲਾਈਟਾਂ ਡਿਲੇ ਹੋਈਆਂ ਨੇ ਦਸੰਬਰ ਵਿੱਚ। ਏਅਰਲਾਈਨਸ ਨੇ 2 ਮਹੀਨੇ ਕੀ ਕਰਨਾ ਹੈ ਕਿਉਂਕਿ ਧੁੰਦ ਪੈਂਦੀ ਹੈ। ਸੋ ਇਹ ਪਹਿਲੂ ਜਿਹੜੇ ਨੇ, ਮੈਂ ਸਾਨੂੰ ਦਰਸ਼ਕਾਂ ਨੂੰ ਇਹ ਨਾ ਲੱਗੇ ਕਿ ਅਸੀਂ ਚੰਡੀਗੜ੍ਹ ਤੇ ਇਹਦੇ 'ਚ ਫਿਰ ਜਿਹੜਾ ਇੱਕ ਗੱਲ ਕਹੀ ਜਾਂਦੀ ਹੈ ਕਿ ਇਹਦੇ 'ਚ ਇੱਕ ਚੈਲੰਜ ਜਿਹੜਾ ਕਹੇਗਾ ਤਾਂ ਕੋਈ ਨਹੀਂ, ਜਿਹੜਾ ਅੰਦਰ ਖਾਤੇ ਚੱਲਦਾ ਕਿਉਂਕਿ ਜਿਹੜਾ ਦਿੱਲੀ ਏਅਰਪੋਰਟ ਪ੍ਰਾਈਵੇਟ ਕੰਪਨੀ ਹੁਣ ਮੈਨੇਜ ਕਰਦੀ ਹੈ, ਉਹਨਾਂ ਨੇ ਬਹੁਤ ਵੱਡੀ ਇਨਵੈਸਟਮੈਂਟ ਉੱਥੇ ਕੀਤੀ ਹੋਈ ਹੈ। ਅਤੇ ਉਹ ਵੀ ਨਹੀਂ ਚਾਹੁੰਦੇ ਕਿ ਜਿਹੜਾ ਕੋਈ ਹੋਰ ਨੇੜੇ ਉਹਨਾਂ ਦੇ, ਜਿਹੜਾ ਇੰਨੇ ਨੇੜੇ ਕੋਈ ਨਵਾਂ ਏਅਰਪੋਰਟ ਡਿਵੈਲਪ ਹੋਏ ਜਿਹੜਾ ਉਹਨਾਂ ਦੇ ਬਿਜ਼ਨਸ ਨੂੰ ਅਫੈਕਟ ਕਰੇ। ਸੋ ਉਹਨਾਂ ਦੀ ਜਿਹੜੀ ਲੌਬੀ ਹੈ ਉਹ ਵੀ ਇਫੈਕਟ ਕਰਦੀ ਹੈ, ਉਹ ਵੀ ਅਸਰ ਕਰਦੀ ਹੈ। ਅਤੇ ਉਹ ਵੀ ਇੱਕ ਕਾਰਨ ਹੋ ਸਕਦਾ, ਤੁਹਾਨੂੰ ਲੱਗਦਾ? ਉਹ ਕਾਰਨ ਸੀਗਾ, ਪਰ ਹੁਣ ਉੱਥੇ ਜਵਾਰ ਜਿਹੜਾ ਕਿ UP 'ਚ ਹੈ, ਜਵਾਰ ਨਵਾਂ ਏਅਰਪੋਰਟ ਬਣਾਇਆ ਜਾ ਰਿਹਾ। ਸੋ ਉਹ ਹਾਲੇ ਉਹ ਏਅਰਪੋਰਟ GMR ਕੰਪਨੀ ਜਿਹੜੀ ਹੈ ਉਹਦੇ ਕੋਲ ਨਹੀਂ ਹੈ। ਅੱਛਾ। ਪਰ ਇਹ ਗਵਰਨਮੈਂਟ ਆਫ ਇੰਡੀਆ, ਕੋਈ ਵੀ ਕੰਟਰੀ ਹੋਵੇ, ਚਾਹੁੰਦੀ ਹੈ ਕਿ ਸਾਡਾ ਇੱਕ ਏਅਰਪੋਰਟ ਮੁਲਕ ਦਾ ਸਭ ਤੋਂ ਸੁਪਰ ਹੱਬ ਹੋਵੇ, ਵੱਡਾ ਹੋਵੇ। ਸੋ ਇਹ ਗਵਰਨਮੈਂਟ ਆਫ ਇੰਡੀਆ ਦੀ ਵੀ ਪਾਲਿਸੀ ਹੈ ਕਿ ਦਿੱਲੀ ਜਿਹੜਾ ਸਾਡਾ ਸੁਪਰ ਹੱਬ ਹੋਵੇ, ਹੱਬ ਨਹੀਂ ਸੁਪਰ ਹੱਬ ਹੋਵੇ, ਕਿ ਜਿੱਥੋਂ ਵੱਡੀਆਂ, ਜਿੱਦਾਂ ਲੰਡਨ ਵਰਲਡ ਦੀ ਸਭ ਤੋਂ ਵੱਡੀ ਹੱਬ ਹੈ, ਲੰਡਨ ਤੋਂ ਕਨੈਕਟ ਹੋ ਜਾਂਦੇ ਨੇ ਸਾਰੇ ਪਾਸੇ। ਸੋ ਇਸ ਤਰ੍ਹਾਂ ਉਹਨਾਂ ਦੀ ਵੀ ਪਾਲਿਸੀ ਹੈ। ਸੋ ਇਸ ਪਾਲਿਸੀ ਵਿੱਚ ਸਾਰਾ ਨੁਕਸਾਨ ਜਿਹੜਾ ਹੈ ਉਹ ਪੰਜਾਬ ਨੂੰ ਤੇ ਥੋੜ੍ਹਾ ਪਹੁੰਚਿਆ ਹੈ। ਪਰ ਮੈਨੂੰ ਖੁਸ਼ੀ ਐਸੀ ਹੈ ਨਾ ਲੱਗੇ ਕਿ ਪੰਜਾਬ ਤੋਂ ਬਿਲਕੁਲ ਫਲਾਈਟਸ ਨਹੀਂ ਨੇ। ਮੈਂ ਦੱਸ ਦੇਵਾਂ ਕਿ ਜਿਹੜੇ ਕਹਿੰਦੇ ਨੇ ਕਿ ਪੰਜਾਬ ਤੋਂ ਫਲਾਈਟਸ ਨੇ, ਇਸ ਸਮੇਂ ਅੰਮ੍ਰਿਤਸਰ ਇੱਕੋ ਇੱਕ ਏਅਰਪੋਰਟ ਹੈ ਇੰਡੀਆ ਦਾ ਜਿਹੜਾ ਇਟਲੀ ਦੇ 3 ਏਅਰਪੋਰਟਸ ਨਾਲ ਜੁੜਿਆ। ਅੱਛਾ।
ਫਿਰ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਦਿੱਲੀ ਰੋਕ ਰਹੀ ਹੈ। ਇਸ ਪੱਖ ਤੋਂ ਉਹ ਆਪਣੇ ਆਪ ਨੂੰ ਡਿਫੈਂਡ ਕਰ ਸਕਦੇ ਨੇ। ਇਸ ਸਮੇਂ ਅੰਮ੍ਰਿਤਸਰ ਤੋਂ ਸਪਾਈਸ ਜੈਟ ਵੱਲੋਂ ਅੰਮ੍ਰਿਤਸਰ ਮਿਲਾਨ ਦਾ ਇੱਕ ਹੋਰ ਏਅਰਪੋਰਟ ਹੈ ਜੀ ਬਰਗਾਮੋ, ਉਹ ਉੱਥੇ ਫਲਾਈਟ ਆਪਰੇਟ ਕਰ ਰਹੇ ਨੇ। ਅੰਮ੍ਰਿਤਸਰ ਤੋਂ ਰੋਮ, ਵੈਟੀਕਨ, 2 ਵੈਟੀਕਨ ਜੁੜੇ ਨੇ, ਉਹ ਵੀ ਆਪਰੇਟ ਕਰ ਰਹੇ ਨੇ। ਨਿਓਜ਼ ਵੀ ਜਿਹੜੀ ਕੱਲ ਫਲਾਈਟ ਗਈ ਹੈ, ਪਹਿਲਾਂ ਰੋਮ ਤੋਂ ਮਿਲਾਨ ਜਹਾਜ਼ ਸੇਮ ਰਿਹਾ, ਫਿਰ ਮਿਲਾਨ ਅੰਮ੍ਰਿਤਸਰ ਗਿਆ, ਫਿਰ ਮਿਲਾਨ ਆਇਆ, ਫਿਰ ਟੋਰਾਂਟੋ ਆਇਆ। ਸੋ ਮਿਲਾਨ ਦਾ ਦੂਜਾ ਏਅਰਪੋਰਟ ਜਿੱਥੇ ਕਿ ਨਿਓਜ਼ ਆਪਰੇਟ ਕਰ ਰਹੀ ਹੈ, ਤੇ ਨਾਲ ਹੀ ਨਿਓਜ਼ ਜਿਹੜੀ ਹੈ ਰੋਮ ਵੀ ਆਪਰੇਟ ਕਰ ਰਹੀ ਹੈ। ਸੋ 3 ਏਅਰਪੋਰਟ ਇਟਲੀ ਦੇ ਜੁੜੇ ਨੇ। ਅੰਮ੍ਰਿਤਸਰ ਤੋਂ ਲੰਡਨ ਹੀਥਰੋ ਤੋਂ ਬਾਅਦ ਹੁਣ ਗੈਟਵਿਕ ਫਲਾਈਟ ਸ਼ੁਰੂ ਹੋਈ ਹੈ 3 ਦਿਨ ਹਫ਼ਤੇ 'ਚ। ਅੰਮ੍ਰਿਤਸਰ ਤੋਂ ਬਰਮਿੰਗਮ 3 ਦਿਨ ਹਫ਼ਤੇ 'ਚ ਏਅਰ ਇੰਡੀਆ ਵੱਲੋਂ। ਅੰਮ੍ਰਿਤਸਰ ਤੋਂ ਸਿੰਗਾਪੁਰ ਫਲਾਈਟ ਹੈ 5 ਦਿਨ ਹਫ਼ਤੇ 'ਚ। ਅੰਮ੍ਰਿਤਸਰ ਤੋਂ ਕੁਆਲਾਲੰਪੁਰ, ਅੰਮ੍ਰਿਤਸਰ ਤੋਂ ਦੁਬਈ ਦੀਆਂ ਰੋਜ਼ ਦੀਆਂ 2, ਸ਼ਾਰਜਾ ਦੀਆਂ ਰੋਜ਼ ਦੀਆਂ 2। ਸੋ 4 ਫਲਾਈਟਾਂ ਸਾਡੀਆਂ ਰੋਜ਼ ਦੀਆਂ UAE ਜਾ ਰਹੀਆਂ ਨੇ ਅੰਮ੍ਰਿਤਸਰ ਤੋਂ, ਤੇ ਅੰਮ੍ਰਿਤਸਰ ਦੋਹਾ। ਸੋ ਇੰਨੀਆਂ ਸਾਡੀਆਂ 11 ਡੈਸਟੀਨੇਸ਼ਨ ਜੁੜੀਆਂ ਨੇ, ਤੇ ਮੈਨੂੰ ਇੰਨਾ ਪਤਾ ਹੈ, ਮੈਂ ਦੱਸ ਨਹੀਂ ਸਕਦਾ ਹਾਲੇ 2 ਡੈਸਟੀਨੇਸ਼ਨਸ ਹੋਰ ਸਮਰ ਵਿੱਚ ਜੁੜਨਗੀਆਂ, ਜਿਹੜੀਆਂ ਕਿ ਕਾਫੀ ਲੋਕਾਂ ਨੂੰ ਕਨੈਕਟੀਵਿਟੀ ਆਸਟ੍ਰੇਲੀਆ 'ਚ ਮਿਲ ਰਹੀ ਹੈ। ਅਸੀਂ ਵੀ ਆਰ ਹੈਪੀ ਵਿਦ 1 ਸਟਾਪ ਕਨੈਕਟੀਵਿਟੀ। ਤੁਹਾਨੂੰ 2 ਘੰਟੇ ਲੱਗਣ, ਆਰਾਮ ਕਰੋ, ਗਾਂ ਲੰਘ ਜਾਓ। ਡਾਇਰੈਕਟ ਫਲਾਈਟ ਬਹੁਤ ਮੁਸ਼ਕਿਲ ਹੈ ਏਅਰਲਾਈਨਸ ਲਈ ਵਾਇਬਿਲਿਟੀ ਕਰਨ ਲਈ, ਤੇ ਉਹ ਜਿੱਦਾਂ ਆਸਟ੍ਰੇਲੀਆ ਜਾ ਰਹੀ ਹੈ ਏਅਰ ਇੰਡੀਆ। ਸੋ ਦੀਸ ਥਿੰਗਸ। ਪਰ ਮੈਂ ਦੱਸ ਦੇਵਾਂ ਕਿ ਅੰਮ੍ਰਿਤਸਰ 11 ਇੰਟਰਨੈਸ਼ਨਲ ਡੈਸਟੀਨੇਸ਼ਨ ਨਾਲ ਜੁੜ ਗਿਆ। ਅੱਛਾ, ਇੱਕ ਇੰਟਰਪ੍ਰੀਟੇਸ਼ਨ ਹੋਰ ਦਿੱਤੀ ਜਾਂਦੀ ਹੈ, ਈਵਨ ਇੱਥੇ ਕੈਨੇਡਾ 'ਚ ਵੀ ਕਿਹੜੇ ਹਰ ਸ਼ਹਿਰ 'ਚ ਥੋੜ੍ਹਾ ਇੰਟਰਨੈਸ਼ਨਲ ਫਲਾਈਟ ਜਾ ਰਹੀਆਂ। ਹਾਂਜੀ। ਸੋ ਮਤਲਬ ਇਹ ਪੋਸੀਬਲ ਨਹੀਂ ਹੈ ਕਿ ਹਰ ਸੂਬੇ 'ਚ ਓਨਾ ਵੱਡਾ ਇੰਟਰਨੈਸ਼ਨਲ ਏਅਰਪੋਰਟ ਹੋਏ। ਹਾਂਜੀ। ਹਿਮਾਚਲ 'ਚ ਕਿਹੜਾ ਵੱਡਾ ਇੰਟਰਨੈਸ਼ਨਲ ਏਅਰਪੋਰਟ ਹੈ, UP 'ਚ ਕਿਹੜੇ ਬਹੁਤ ਜ਼ਿਆਦਾ ਨੇ, ਰਾਜਸਥਾਨ ਨਾਲ, ਮਤਲਬ ਇੰਡੀਆ ਦੇ ਬਹੁਤ ਹਿੱਸੇ ਹੋਣਗੇ ਕਿ ਇੱਥੇ ਹੁਣ ਮਤਲਬ ਦਿੱਲੀ ਕਿਉਂਕਿ ਨੇੜੇ ਹੈ ਪੰਜਾਬ ਦੇ, ਇਸ ਕਰਕੇ ਕੋਈ ਇੰਨਾ ਦੂਰ ਨਹੀਂ ਹੈ ਕਿ ਜਿੱਥੋਂ ਤੁਸੀਂ ਬੱਸ 'ਤੇ ਟਰੈਵਲ ਨਹੀਂ ਕਰ ਸਕਦੇ। ਸੋ ਇਸ ਕਰਕੇ ਕਿਹਾ ਜਾਂਦਾ ਕੁਝ ਲੋਕਾਂ ਦੇ ਹੁਣ ਸ਼ਮੀਲ ਜੀ ਹਰਿਆਣੇ 'ਚ ਕੋਈ ਏਅਰਪੋਰਟ ਨਹੀਂ ਹੈਗਾ ਨਾ। ਹਾਂਜੀ। ਕਿ ਪੰਜਾਬ ਨੂੰ ਸਾਨੂੰ ਇੰਨੀ ਕਿਉਂ, ਮੈਂ ਹੁਣ ਲੁਧਿਆਣੇ ਬਣਾਉਣ ਲੱਗੇ ਨੇ, 50 ਕਰੋੜ ਲਾ ਰਹੇ ਨੇ, ਸਿਰਫ ਜ਼ਮੀਨ ਦਾ 50 ਕਰੋੜ ਲਾਇਆ, ਹੁਣ 50 ਹੋਰ ਲਾ ਟਰਮੀਨਲ। ਗਵਰਨਮੈਂਟ ਆਫ ਇੰਡੀਆ ਨੇ ਕਿਹਾ ਅਸੀਂ ਨਹੀਂ ਦੇਣੇ ਪੈਸੇ, ਪੰਜਾਬ ਸਰਕਾਰ ਪੈਸੇ ਖਰਚ ਰਹੀ ਹੈ। ਪਟਿਆਲੇ ਬਣਾਇਆ, ਬਠਿੰਡੇ ਬਣਾਤਾ, ਕੋਈ ਫਲਾਈਟ ਜਾਂਦੀ ਨਹੀਂ, ਬੰਦ ਪਿਆ। ਉਹ ਕਾਹਦੇ ਵਾਸਤੇ ਬਣਾਏ ਜਾ ਰਹੇ ਨੇ? ਤੇ ਉਹੀ ਗੱਲ, ਏਅਰਲਾਈਨਸ ਜਿਹੜੀਆਂ ਨੇ, ਅਸੀਂ ਬਾਰ-ਬਾਰ ਕਹਿੰਦੇ ਉਹ ਇਨਸੈਂਟਿਵ ਲੱਭਦੀਆਂ ਨੇ। ਤੁਸੀਂ ਏਅਰਲਾਈਨ ਨੂੰ, ਮੈਂ ਇੱਥੇ ਅਮਰੀਕਾ ਬੈਠ ਕੇ ਅਸੀਂ ਮੀਟਿੰਗ ਕਰ ਰਹੇ ਹਾਂ, ਪੰਜਾਬ ਸਰਕਾਰ ਨੇ ਕਦੀ ਤੁਸੀਂ ਦੇਖਿਆ, ਜਿਹੜੇ ਉਹਨਾਂ ਨੇ ਸੁਣਨ ਵਾਲੇ ਭਾਵੇਂ ਹੋਣ ਜਾਂ ਪਿਛਲੀਆਂ ਵੀ ਹੋ ਜਾਣ, ਕਦੀ ਤੁਸੀਂ ਦੇਖਿਆ ਕਿਸੇ ਏਅਰਲਾਈਨਸ ਨਾਲ ਮੀਟਿੰਗ ਕੀਤੀ ਹੋਵੇ? ਅਸੀਂ ਨਹੀਂ ਕਦੀ ਦੇਖਿਆ। ਕਦੀ ਕੋਈ ਪ੍ਰੈਜੈਂਟੇਸ਼ਨ ਕੀਤੀ ਹੋਵੇ? ਅਸੀਂ ਨਹੀਂ ਦੇਖਿਆ। ਚਿੱਠੀਆਂ ਪਾ ਕੇ, ਟਵੀਟ ਕਰਕੇ ਲਿਖ ਦਿੰਦੇ ਨੇ। ਕੱਲ ਵੀ ਅਸੀਂ ਦੇਖੀਆਂ ਟਵੀਟਾਂ ਆਈਆਂ, ਫਲਾਈਟ ਸ਼ੁਰੂ ਹੋ ਰਹੀ ਆ, ਨਿਊਜ਼ ਦੀ ਟਵੀਟਸ ਹੋ ਰਹੀਆਂ ਕਿ ਕੰਗ੍ਰੈਚੁਲੇਸ਼ਨ ਏਅਰ ਇੰਡੀਆ। ਉਹਦੇ ਬਾਰੇ ਵੀ ਉਹਨਾਂ ਨੂੰ ਪੂਰੀ ਇਨਫੋਰਮੇਸ਼ਨ ਨਹੀਂ ਸੀ। ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਨਹੀਂ। ਹਾਂ, ਬਸ ਉਹ ਕ੍ਰੈਡਿਟ ਲੈ ਰਹੇ ਸੀ ਕਿ ਮੈਂ ਚਿੱਠੀ ਲਿਖੀ ਹੈ, ਤੇ ਆ ਕੰਗ੍ਰੈਚੁਲੇਸ਼ਨ, ਥੈਂਕ ਯੂ ਏਅਰ ਇੰਡੀਆ ਫॉर ਦ ਫਲਾਈਟ, ਕਿ ਮੈਂ ਚਿੱਠੀ ਲਿਖੀ ਸੀ। ਉਹਨਾਂ ਨੇ ਜਿਹੜਾ ਸੈੱਲ ਹੈਗਾ ਜੋ ਵੀ, ਉਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਚੈੱਕ ਕਰੀਏ ਕਿ ਫਲਾਈਟ ਕਿਹੜੀ ਸ਼ੁਰੂ ਹੋਈ ਹੈ। ਬਸ ਮੈਂ ਚਿੱਠੀ ਲਿਖੀ ਜਿਸ ਤੇ ਫਲਾਈਟ ਸ਼ੁਰੂ ਹੋ ਗਈ ਹੈ। ਸੋ ਚਿੱਠੀ ਵੀ ਸਾਨੂੰ ਬੇਨਤੀ ਕਰਨੀ ਪੈਂਦੀ ਹੈ ਨਾ ਐਮਪੀਆਂ ਨੂੰ ਪੰਜਾਬ ਦੇ। ਬੇਸਿਕਲੀ ਤੁਹਾਡੇ ਕਹਿਣ ਦਾ ਮਤਲਬ ਇਹਦੇ ਲਈ ਲੌਬਿੰਗ ਕਰਨੀ ਪੈਂਦੀ ਹੈ, ਇਹਦੇ ਲਈ ਇੱਕ ਬਿਜ਼ਨਸ ਕੇਸ ਪੇਸ਼ ਕਰਨਾ ਪੈਂਦਾ। ਪਰ ਦੇਖੋ, ਸਾਡੀ ਕੋਈ ਅੰਮ੍ਰਿਤਸਰ ਬੱਸ ਸੇਵਾ ਹੀ ਨਹੀਂ ਹੈ। ਇਹ ਤੋਂ ਵੱਡੀ ਸਾਡੀ ਕੀ ਹੋ ਸਕਦਾ ਪੰਜਾਬ ਸਰਕਾਰ ਦੀ? ਦੇयर इज नो ਬੱਸ ਸਰਵਿਸ ਫਰਮ ਲੁਧਿਆਣਾ, ਚੰਡੀਗੜ੍ਹ। 4 ਫਲਾਈਟਾਂ ਦੁਬਈ ਦੀਆਂ ਜਾਂਦੀਆਂ ਹੁਣ ਸ਼ਾਰਜਾ ਤੇ, ਜਿੱਥੇ ਕਿ ਲੋਕੀ ਕੰਮ ਕਰਨ ਵਾਲੇ ਜਾਂਦੇ ਨੇ। ਉਹਨਾਂ ਨੂੰ 300 ਰੁਪਏ ਤੁਸੀਂ ਬੱਸ ਦੇਵੋ, 400 ਰੁਪਏ ਦੀ। ਦਿੱਲੀ ਤੁਹਾਨੂੰ 1100 ਦੇ ਰਹੇ ਜੇ ਪੰਜਾਬ ਤੋਂ, ਅੰਮ੍ਰਿਤਸਰ ਤੋਂ, ਤੇ ਤੁਸੀਂ 200-300 ਰੁਪਏ 'ਚ ਜਲੰਧਰੋਂ ਬੱਸ ਲਿਆਓ ਅੰਮ੍ਰਿਤਸਰ ਏਅਰਪੋਰਟ ਤੇ। ਸੋ ਇਹ ਸਾਡਾ ਕੰਮ ਹੈ। ਅਸੀਂ ਪੰਜਾਬ ਵਾਲੇ ਜੇ ਅਸੀਂ ਆਪ ਨਹੀਂ ਕੰਮ ਕਰਨਾ, ਇਹ ਨਾ ਲੱਗੇ ਕਿ ਮੈਂ ਸੈਂਟਰਲ ਗਵਰਨਮੈਂਟ ਦਾ ਫੇਵਰ ਕਰ ਰਿਹਾ ਜੀ। ਅਸੀਂ ਵੀ ਆਰ ਨਾਟ ਕੰਪਲੀਟਲੀ ਨਾਨ ਪੋਲੀਟੀਕਲ, ਵੀ ਹੈਵ ਨੋ ਅਫੀਲੀਏਸ਼ਨ ਵਿਦ ਐਨੀਬਡੀ, ਐਂਡ ਦੈਟਸ ਵਾਟ, ਬਟ ਦੇ ਨੀਡ ਟੂ ਡੂ ਥੀਸ ਥਿੰਗਸ ਜਿਹੜੇ ਪੰਜਾਬ ਸਰਕਾਰ ਨੂੰ ਕਰਨੇ ਚਾਹੀਦੇ ਨੇ। ਪਰ ਉਹ ਸਾਡੇ ਅਨਫੋਰਚੂਨੇਟਲੀ ਜਿਹੜੇ ਸਾਡੇ ਲੀਡਰਸ ਨੇ, ਜਿਹੜੀ ਲੀਡਰਸ਼ਿਪ ਹੈ। ਸੌਖਾ ਕੰਮ ਹੈ ਜੀ, ਪੋਲੀਟਿਕਸ ਕਰਨੀ ਸੌਖਾ ਕੰਮ ਹੈ। ਸੱਚੀ ਮੁੱਚੀ ਜਿਹੜਾ ਬਿਜ਼ਨਸ ਵਾਸਤੇ ਕੋਈ ਕੇਸ ਪੇਸ਼ ਕਰਨਾ, ਉਹਦੇ ਲਈ ਲੌਬਿੰਗ ਕਰਨਾ, ਹਾਂਜੀ, ਤੇ ਅੰਦਰ ਵੜ ਕੇ ਉਹਦੇ ਲਈ ਫਾਈਟ ਕਰਨਾ, ਇਹ ਥੋੜਾ ਮੁਸ਼ਕਿਲ ਕੰਮ ਹੈ। ਹਾਂਜੀ, ਇਹ ਜੀ ਬਿਲਕੁਲ ਠੀਕ ਹੈ। ਸੋ ਇਹ ਚੀਜ਼ ਨੂੰ ਸਾਨੂੰ ਪੂਰਾ ਸਟੱਡੀ ਕਰਕੇ, ਜਿੱਦਾਂ ਇਨਵੈਸਟ ਪੰਜਾਬ ਹੋਇਆ, ਕਾਫੀ ਕੈਨੇਡਾ ਤੋਂ ਵੀ ਇਨਵੈਸਟਰ ਉਹਨਾਂ ਨੇ ਸੱਦੇ ਨੇ। ਸੋ ਇਸੇ ਤਰ੍ਹਾਂ ਦਾ ਤਹਿਤ ਇੱਕ ਏਵੀਏਸ਼ਨ, ਇਹਦੀ GDP ਵਿੱਚ ਜਿਹੜਾ ਤੁਹਾਡਾ ਗਰੋਥ ਡੋਮੈਸਟਿਕ ਪ੍ਰੋਡਕਟ ਹੈ, ਉਹਦੇ ਵਿੱਚ ਵੱਡਾ ਇੱਕ ਐਮੀਰੇਟਸ ਨੇ, ਜਿਸ ਤਰ੍ਹਾਂ ਮੈਂ ਦੱਸਿਆ ਹੈ, ਮੰਗਿਆ ਹੈ ਅੰਮ੍ਰਿਤਸਰ। ਉਹਨਾਂ ਨੇ ਕਿਹਾ ਸਾਨੂੰ ਦੇਵੋ ਘੱਟੋ ਘੱਟ $20 ਮਿਲੀਅਨ, 15 ਤੋਂ 20 ਮਿਲੀਅਨ ਡਾਲਰ ਦਾ ਨੰਬਰ ਹੈ ਜਿਹੜਾ ਕਿ ਇਕਨੋਮਿਕਲੀ ਪੰਜਾਬ ਨੂੰ ਮਿਲੇਗਾ। 2000 ਤੋਂ 3000 ਨੌਕਰੀਆਂ ਨੇ। ਮੈਨੂੰ ਇੰਨਾ ਪਤਾ ਜੀ ਕਿ ਜਿਹੜੀ ਨਿਊਜ਼ ਦੀ ਫਲਾਈਟ ਸ਼ੁਰੂ ਹੋਈ ਹੈ, ਤਕਰੀਬਨ 200 ਬੰਦਾ ਇੱਥੇ ਲੱਗਾ ਹੋਇਆ। ਕੱਲ੍ਹ ਉਹਨਾਂ ਨਾਲ ਗੱਲ ਹੋ ਰਹੀ ਸੀ। ਸੋ ਜਸਟ ਇੱਥੋਂ ਇਹਨਾਂ ਦੀ ਫਲਾਈਟ ਦਾ ਕਰਕੇ 200-300 ਬੰਦਾ ਡਾਇਰੈਕਟਲੀ ਉਹਨਾਂ ਨਾਲ, ਪਰ ਇਨਡਾਇਰੈਕਟਲੀ ਹੋਟੈਲਸ, ਟੈਕਸੀ, ਹੋਰ ਚੀਜ਼ਾਂ, ਕਿੰਨੀਆਂ ਜੌਬਸ ਨੇ ਉਹ ਮਿਲਣਗੀਆਂ। ਜਿਹੜਾ 50 ਕਰੋੜ ਅੱਜ ਅਸੀਂ ਹਲਵਾਰੇ ਲਾ ਰਹੇ ਨੇ, ਤੇ ਕਿਹਾ ਜਾ ਰਿਹਾ ਕਿ ਇੰਟਰਨੈਸ਼ਨਲ ਫਲਾਈਟਾਂ ਜਲਦੀ ਸ਼ੁਰੂ ਹੋਣਗੀਆਂ। ਹਾਂ, ਇਹੀ ਗੱਲ ਸੁਖਬੀਰ ਚੰਡੀਗੜ੍ਹ ਬਾਰੇ ਕਹਿੰਦਾ ਸੀ। ਇਹੋ ਗੱਲ ਚੰਡੀਗੜ੍ਹ ਕਹਿੰਦੇ ਸੀ। ਤੇ ਤਰਾਸਦੀ ਹੋਈ ਪਤਾ ਲੱਗਾ 2017 ਜਦੋਂ ਕੋਰਟ 'ਚ ਕੇਸ ਹੋਇਆ, ਅਸੀਂ ਵੀ ਕੀਤਾ,
ਪਤਾ ਲੱਗਾ ਉੱਥੇ ਇਮੀਗ੍ਰੇਸ਼ਨ ਦਾ ਕਾਊਂਟਰ ਹੀ ਨਹੀਂ ਬਣਿਆ ਹੋਇਆ, ਸੈੱਲ ਹੀ ਨਹੀਂ ਬਣਿਆ ਹੋਇਆ। ਸੋ 1500 ਕਰੋੜ ਚੰਡੀਗੜ੍ਹ ਲਾ ਦਿੱਤਾ ਗਿਆ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਬਜਾਏ ਇਹਦੇ ਕਿ ਜਗ੍ਹਾ ਜਗ੍ਹਾ 에ਅਰਪੋਰਟ ਬਣਾਉਣ ਦੀ ਬਜਾਏ ਪਹਿਲਾਂ ਇੱਕ ਨੂੰ ਕਾਮਯਾਬ ਕਰੀਏ, ਕਾਮਯਾਬ ਕੀਤਾ ਜਾਏ ਅੰਮ੍ਰਿਤਸਰ ਫਿਰ ਨੂੰ। ਅੰਮ੍ਰਿਤਸਰ ਚੰਡੀਗੜ੍ਹ ਕਰ ਲਓ ਕਾਮਯਾਬ ਹੋਣ। ਚਲੋ ਚੰਡੀਗੜ੍ਹ ਹੁਣ ਲੁਧਿਆਣੇ ਤੋਂ ਲਾਗੇ ਨੇ, ਚੰਡੀਗੜ੍ਹ 100 ਕਿਲੋਮੀਟਰ ਹੈ। ਤੁਹਾਡੇ ਤੇ 100 ਕਿਲੋਮੀਟਰ ਦੇ ਕੋਲ 에ਅਰਪੋਰਟ ਹੈਗੇ ਨੇ ਸਰ, ਟੋਰਾਂਟੋ ਤੋਂ ਜਾਂ ਕਿਸ ਤਰ੍ਹਾਂ ਹੈਮਿਲਟਨ ਜਾ ਕੇ ਉੱਥੇ ਦੂਜੇ ਪਾਸੇ ਪੈਂਦਾ ਹੈ। ਸੋ ਇੱਥੋਂ ਵੀ ਇੰਨੇ ਕੋਲ 에ਅਰਪੋਰਟ ਨਹੀਂ ਨੇ। ਹਾਲਾਂਕਿ ਇੱਥੋਂ ਦੀ ਲੋਕੀ ਬਹੁਤੇ ਟਰੈਵਲ ਫਲਾਈਟਸ ਤੇ ਕਰਦੇ ਨੇ, ਤੇ ਉੱਥੇ ਸਾਨੂੰ ਪੰਜਾਬ ਵਾਲਿਆਂ ਨੂੰ ਇੰਨਾ ਕਾਹਦਾ ਹੋ ਗਿਆ ਕਿ 100 ਕਰੋੜ ਲਗਾਇਆ। ਕੁਝ 에ਅਰਲਾਈਨਸ ਨੂੰ ਸਰਕਾਰਾਂ, ਉੜੀਸਾ ਦੀ ਗਵਰਨਮੈਂਟ ਦੇ ਰਹੀ ਹੈ, ਉਹ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ 1600 ਰੁਪਇਆ ਪਰ ਪੈਸੰਜਰ, ਇੱਕ ਪੈਸੰਜਰ ਫੀ ਹੁੰਦੀ ਜਿਹੜੀ 에ਅਰਪੋਰਟ ਨੂੰ ਜਾਂਦੀ ਹੈ, ਉਹ ਸਰਕਾਰ ਉਹਨਾਂ ਦੀ ਸਟੇਟ ਗਵਰਨਮੈਂਟ ਕਹਿ ਰਹੀ ਅਸੀਂ ਕਵਰ ਕਰਾਂਗੇ। ਉਹਨੂੰ ਕਹਿੰਦੇ ਨੇ ਵਾਇਬਿਲਿਟੀ ਗੈਪ ਫੰਡਿੰਗ, ਜਾਂ ਤੁਹਾਡਾ 6 ਕਰੋੜ ਤੱਕ ਘਾਟਾ ਅਸੀਂ ਕਵਰ ਕਰਾਂਗੇ। ਸੋ ਉਹਦੇ ਵਿੱਚ 에ਅਰਲਾਈਨ ਨੂੰ ਕਿਸੇ ਨੂੰ ਕਹੋ। ਸੋ ਇਹ ਚੀਜ਼ਾਂ ਜਿਹੜੀਆਂ ਨੇ ਗਵਰਨਮੈਂਟ ਦੇ ਬਜਾਏ ਇਹਦੇ ਕਿ ਤੁਸੀਂ ਹੋਰ 에ਅਰਪੋਰਟ ਬਣਾਈ ਜਾਓ, ਹਾਂਜੀ, ਥੋੜ੍ਹਾ ਜਿਹਾ ਇਸ ਤਰ੍ਹਾਂ ਦੇ ਕੁਝ ਕੀਤੇ ਜਾਣ ਤਾਂ ਕਿ ਜਿਹੜੀਆਂ 에ਅਰਲਾਈਨ ਦਾ ਇੰਟਰਸਟ ਹੋਏ, ਹਾਂਜੀ, ਕਿ ਜੇ ਅਸੀਂ ਅੰਮ੍ਰਿਤਸਰ ਤੋਂ ਫਲਾਈਟਸ ਐਡ ਕਰਦੇ ਹਾਂ ਤਾਂ ਸਾਨੂੰ ਫਾਇਦਾ ਹੋਏਗਾ, ਸਾਨੂੰ ਕੋਈ ਘਾਟਾ ਨਹੀਂ ਹੋਏਗਾ। ਜਿਵੇਂ ਤੁਸੀਂ ਦੱਸਿਆ ਥੋੜੀ ਹਾਂਜੀ 6 ਮਹੀਨੇ ਹੋ ਜਾਏ ਜਾਂ 3 ਮਹੀਨੇ ਹੋ ਜਾਏ, ਦੈਟ ਵੀ ਵਿਲ ਕਵਰ ਦ ਲਾਸਿਸ। ਸੋ ਇੱਕ ਗਵਰਨਮੈਂਟ ਆਫ ਇੰਡੀਆ ਨੇ ਸਕੀਮ ਸ਼ੁਰੂ ਕੀਤੀ ਸੀ, ਉੜੇ ਦੇਸ਼ ਕਾ ਆਮ ਨਾਗਰਿਕ। ਉੱਥੇ ਕਹਿੰਦੇ ਸੀ ਜਿਹੜਾ ਚੱਪਲ ਵਾਲਾ ਬੰਦਾ ਵੀ ਹੈ ਨਾ, ਜਿਹੜਾ ਉਹ ਵੀ ਫਲਾਈ ਕਰੇ ਜਹਾਜ਼ ਤੇ ਉਹ 'ਚ ਉਹਨਾਂ ਨੇ 50% ਕਿ ਕਿੰਨੇ ਵਾਇਬਿਲਿਟੀ ਗੈਪ ਫੰਡਿੰਗ ਸਰਕਾਰ ਕਹਿੰਦੀ ਸੀ ਕਿ ਆਹ ਰਾਊਟ ਚਲਾਓ ਟੂਰਿਜ਼ਮ ਵਾਲੇ। ਉਹ 'ਚ ਅੰਮ੍ਰਿਤਸਰ, ਜੈਪੁਰ ਅਸੀਂ ਜਾ ਕੇ, ਸਾਡੀ ਟੀਮ ਦਿੱਲੀ ਗਈ ਮਿਨਿਸਟਰ ਨੂੰ ਮਿਲਣ, ਫਿਰ ਅਸੀਂ 6 ਰੂਟ ਐਡ ਕਰਵਾਏ। ਸਾਨੂੰ ਜਦ ਅਸੀਂ ਦੇਖਦੇ ਹਾਂ ਕਿ ਸਾਰਾ ਫੋਕਸ ਗਵਰਨਮੈਂਟ ਦਾ ਚੰਡੀਗੜ੍ਹ ਵੱਲ ਲੱਗਾ ਹੈ, ਫਿਰ ਸਾਨੂੰ ਜ਼ਰੂਰ ਤਕਲੀਫ ਹੁੰਦੀ ਹੈ ਜੀ। ਉਹਦੇ ਵਿੱਚ ਕੋਈ ਰੂਟ ਅੰਮ੍ਰਿਤਸਰ ਦਾ ਨਹੀਂ ਸੀ, ਪੰਜਾਬ ਸਰਕਾਰ ਨੇ ਰਿਕੁਐਸਟ ਕੀਤਾ। ਸਾਡੀ ਟੀਮ ਫਿਰ ਉੱਥੇ ਦਿੱਲੀ ਗਈ, ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ, ਜੈਪੁਰ ਫਲਾਈਟ ਲੱਗੇ, ਲਖਨਊ, ਕੋਲਕਾਤਾ, ਇਹ ਸਾਡੀ ਕਮਿਊਨਿਟੀ ਹੈਗੀ ਹੈ। ਫਿਰ ਉਹ ਰੂਟ ਪਾਏ ਗਏ ਤੇ ਹੁਣ ਉਹ ਫਲਾਈਟਸ ਆਪਰੇਟ ਹੋ ਰਹੀਆਂ ਨੇ। ਉਹਦੇ ਵਿੱਚ ਹੁਣ 3 ਸਾਲ ਲਈ ਸੀਗੀ, 3 ਸਾਲ ਤੱਕ ਸਰਕਾਰ ਨੇ ਕਵਰ ਕਰਨੇ ਸੀ ਜੀ 50% ਲਾਸ ਗਵਰਨਮੈਂਟ ਆਫ ਇੰਡੀਆ ਨੇ। ਤੇ ਉਹ 'ਚ 20 ਕਰੋੜ ਲਾਸ ਜਿਹੜਾ ਹੈ ਉਹ ਕਵਰ ਕੀਤਾ ਉਹਨਾਂ ਨੇ ਪੰਜਾਬ ਦਾ। ਸੋ ਇਹ ਐਸਪੈਕਟ ਜਿਹੜੇ ਨੇ ਟੈਕਨੀਕਲ ਐਸਪੈਕਟ, ਫਿਰ ਅਸੀਂ ਪੰਜਾਬੀਆਂ ਨੂੰ ਫਿਰ ਦੱਸਣਾ ਚਾਹਾਂਗੇ ਕਿ ਮੈਨੂੰ ਮੈਸੇਜ ਆ ਜਾਂਦੇ ਨੇ ਬੜੇ ਕਿ ਹੁਣ ਲੋਕਾਂ ਦੀ ਆਸ ਹੈ ਕਿ ਹਲਵਾਰੇ ਤੋਂ ਫਲਾਈਟ ਸ਼ੁਰੂ ਹੋਣਗੀਆਂ। ਚਲੋ ਠੀਕ ਹੈ, ਹੋ ਜਾਣ, ਪਰ ਅਸੀਂ ਜਿਹੜਾ ਫੋਕਸ ਹੈ, ਵੇਖੋ ਅਸੀਂ ਮੰਗਣ ਅੰਮ੍ਰਿਤਸਰ ਦੀ ਧਰਤੀ ਤੇ ਜਾਂਦੇ ਹਾਂ, ਉੱਥੇ ਦਰਬਾਰ ਸਾਹਿਬ ਜਾਣਾ ਹੁੰਦਾ ਹੈ। ਸਾਡੇ ਹਿੰਦੂ ਵੀਰਾਂ ਨੇ ਦੁਰਗਿਆਣਾ ਮੰਦਿਰ ਜਾਂਦੇ ਨੇ, ਉੱਥੇ ਰਾਮ ਤੀਰਥ, ਹੋਰ ਵੀ ਬੜੇ ਜਗ੍ਹਾ ਨੇ। ਪਰ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ, ਕਹਿੰਦੇ ਜੀ ਲੁਧਿਆਣੇ ਹੋਣਾ ਚਾਹੀਦਾ ਸੀ, ਮਿਡਲ 'ਚ ਇੱਥੇ ਹੋਣਾ ਚਾਹੀਦਾ ਸੀ। ਹੁਣ ਉਹ ਗੱਲ ਨਹੀਂ ਹੋ ਸਕਦੀ। ਪਾਕਿਸਤਾਨ ਸਾਡਾ ਨੇਬਰ ਰਿਲੇਸ਼ਨ ਨਹੀਂ ਹੈ, ਉਹਦੀ ਚੇਂਜ ਨਹੀਂ ਕਰ ਸਕਦੇ। ਜੋ ਵੀ ਹੈ ਮੁਲਕ ਉੱਥੇ ਰਹਿਣਾ। ਸੋ ਸਾਨੂੰ ਹੁਣ ਅੰਮ੍ਰਿਤਸਰ ਹਵਾਈ ਅੱਡਾ ਬਣਿਆ। ਸੋ ਹੁਣ ਮਤਲਬ ਤੁਹਾਡੇ ਕਹਿਣ ਦਾ ਮਤਲਬ ਵੀ ਹੁਣ ਇਹ ਗੱਲ ਕਹਿਣੀ ਕਿ ਜੀ ਲੁਧਿਆਣੇ ਕਰੋ ਜਾਂ ਹੋਰ ਕਰੋ, ਇਹ ਗੱਲ ਹੁਣ ਲੇਟ ਹੋ ਗਈ ਹੈ। ਅੰਮ੍ਰਿਤਸਰ ਆਲਰੇਡੀ ਇੱਕ ਹੱਦ ਤੱਕ ਐਸਟੈਬਲਿਸ਼ ਹੋ ਗਿਆ, ਮਾਰਕੀਟ ਐਸਟੈਬਲਿਸ਼ ਹੈ। ਇਹਨੂੰ ਹੋਰ ਸਟਰੈਂਥਨ ਕਰਨ ਦੀ ਲੋੜ ਹੈ। ਹਾਂ, ਪੰਜਾਬ ਗਵਰਨਮੈਂਟ ਨੂੰ ਵੀ ਆਪਣਾ ਫੋਕਸ ਇਸ 'ਤੇ ਕਰਨਾ ਚਾਹੀਦਾ। ਤੇ ਮੈਨੂੰ ਯਾਦ ਹੈ ਕਿ ਜਦੋਂ ਮੈਂ 2016 'ਚ ਸਾਰਾ ਡੇਟਾ ਇਕੱਠਾ ਕਰਨਾ ਸ਼ੁਰੂ ਕੀਤਾ, ਅਤੇ ਮੈਨੂੰ ਸ਼ਮੀਲ ਜੀ ਇੱਕ ਆਰਟੀਕਲ ਮਿਲਿਆ ਇੱਥੋਂ ਦੇ ਕਿਸੇ ਟੋਰਾਂਟੋ ਸਟਾਰ ਕੇ ਕਿਤੇ, ਜਿਸ ਤਰ੍ਹਾਂ ਵੀ ਮੀਡੀਆ ਸੀਗਾ, ਉਹ 'ਚ ਲਿਖਿਆ ਸੀ ਏਅਰ ਇੰਡੀਆ 187 ਜਿਹੜੀ ਫਲਾਈਟ ਸੀ ਟੋਰਾਂਟੋ, ਲੰਡਨ, ਅੰਮ੍ਰਿਤਸਰ। ਲੰਡਨ ਉਤਰਦੀ ਸੀ, ਕੁਝ ਸਵਾਰੀਆਂ ਉਤਰਦੀਆਂ ਚੜ੍ਹਦੀਆਂ ਸੀ, ਜਹਾਜ਼ ਸੇਮ ਰਹਿੰਦਾ ਸੀ, ਫਿਰ ਅੰਮ੍ਰਿਤਸਰ। ਉਹ 'ਚ ਲਿਖਿਆ ਸੀ ਏਅਰ ਇੰਡੀਆ 187 ਇਜ਼ ਅ ਫਲਾਇੰਗ ਵਿਲੇਜ। ਉਹ ਬਹੁਤ ਸੋਹਣਾ ਨਾਲ ਲਿਖਿਆ ਕਿ ਇੱਕ ਫਲਾਇੰਗ ਵਿਲੇਜ ਹੈ। ਸਾਡੇ ਪਿੰਡਾਂ ਤੋਂ ਹੁਣ ਤੇ ਬਹੁਤ ਵੱਡੇ ਲੋਕੀ ਆ ਗਏ ਨੇ ਕਿ ਇੱਕ ਪਿੰਡ ਚੜ੍ਹਦਾ ਪਿਆ, ਟੋਰਾਂਟੋ ਤੋਂ ਉੱਡਦਾ, ਪਿੰਡ ਹੀ ਹੈ, 350 ਸਵਾਰੀ ਹੁੰਦੀ ਹੈ ਜੀ। ਟੋਰਾਂਟੋ ਤੋਂ ਉੱਡਦਾ, ਲੰਡਨ ਥੋੜ੍ਹੀ ਦੇਰ ਰੁਕਦਾ, ਉੱਥੋਂ ਵੀ ਪਿੰਡਾਂ ਦੇ ਲੋਕ ਚੜ੍ਹਦੇ ਨੇ, ਅਤੇ ਅੰਮ੍ਰਿਤਸਰ ਜਾ ਕੇ ਉਤਰਦਾ, ਅਤੇ ਉਹ ਪਿੰਡ ਜਿਹੜਾ ਵਾ ਹੁਣ ਉੱਜੜ ਰਿਹਾ। ਸੋ 2010 ਦੀ ਗੱਲ ਹੈ, ਅਕਤੂਬਰ 2010 'ਚੋਂ ਪਿੰਡ ਉੱਜੜਿਆ ਸੀ। ਹਾਲੇ ਵੀ ਚਲੋ 1 ਸਟਾਪ ਕਨੈਕਟਿੰਗ ਮਿਲ ਜਾਂਦੇ ਨੇ ਮੌਂਟਰੀਅਲ, ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਪਿੰਡ ਹੈ ਫਿਰ ਤੋਂ ਵਸੇ ਅਤੇ ਫਿਰ ਤੋਂ ਇੱਦਾਂ ਹੀ ਉੱਡੇ। ਅਤੇ ਮੈਨੂੰ ਲੱਗ ਰਿਹਾ ਕਿ ਹਫ਼ਤੇ 'ਚ ਭਾਵੇਂ ਇੱਕ ਦਿਨ ਹੈ, ਜੇਕਰ ਪੰਜਾਬੀ ਉਹਨਾਂ ਨੂੰ ਸਪੋਰਟ ਕਰਨ, ਕੁਛ ਮੁਸ਼ਕਿਲਾਂ ਆਉਣਗੀਆਂ। ਮੈਂ ਦੱਸ ਦੇਵਾਂ, ਕੱਲ੍ਹ ਫਲਾਈਟ 4 ਘੰਟੇ ਲੇਟ ਅੰਮ੍ਰਿਤਸਰੋਂ ਚੱਲੀ, ਉੱਥੇ ਗਲਿਚ ਆਇਆ। ਸੋ ਕਈ ਵਾਰੀ ਅਸੀਂ ਲੇਟ ਹੋ ਗਏ। ਉੱਧਰੋਂ ਤੁਸੀਂ ਵੇਖੋਗੇ ਵੀਡੀਓ ਬੜੇ ਵਾਇਰਲ ਹੁੰਦੇ ਨੇ, ਉੱਥੇ ਮੁਰਦਾਬਾਦ ਹੋ ਰਹੀ ਹੁੰਦੀ ਹੈ ਏਅਰਪੋਰਟ 'ਤੇ। ਕਈ ਵਾਰੀ ਮੇਰੇ ਕੋਲ ਸੀਨ ਆਉਂਦੇ ਨੇ, ਪਰ ਕੀ ਅਸੀਂ ਉੱਥੇ ਜਾ ਕੇ ਇਸ ਤਰ੍ਹਾਂ ਕਰਨ ਨੂੰ ਰੌਲਾ ਪਾਉਂਦੇ ਹਾਂ? ਥੋੜ੍ਹਾ ਸਾਨੂੰ ਵੀ ਸੋਚਣਾ ਚਾਹੀਦਾ। ਇਹ ਨਹੀਂ ਕਿ ਮੈਂ ਕੋਈ ਏਅਰਲਾਈਨ ਦਾ, ਸਾਡਾ ਕੋਈ ਐਫੀਲੀਏਸ਼ਨ ਨਹੀਂ ਹੈ ਇਹਨੇ 'ਤੇ ਕਿਸੇ ਨਾਲ, ਪਰ ਜਦੋਂ ਕਦੀ ਅਸੀਂ ਇੱਥੇ ਨਹੀਂ ਦੇਖਿਆ ਕਿ ਟੋਰਾਂਟੋ ਦੇ ਏਅਰਪੋਰਟ 'ਤੇ ਜਾਂ ਵੈਨਕੂਵਰ ਦੇ ਏਅਰਪੋਰਟ 'ਤੇ ਇੱਦਾਂ ਕੋਈ ਨਾਅਰੇ ਲੱਗਦੇ ਹੋਣ ਜਦੋਂ ਫਲਾਈਟਾਂ 5 ਘੰਟੇ ਲੇਟ ਹੋ ਜਾਂਦੀਆਂ ਨੇ। ਇੱਥੇ ਵੀ ਬਥੇਰੀਆਂ ਹੁੰਦੀਆਂ ਰਹੀਆਂ ਨੇ। ਹਾਂ, ਪੂਰੀ ਅਮਰੀਕਾ 'ਚ ਕਈ ਫਲਾਈਟ, ਜਦੋਂ ਮੈਂ ਟਰੈਵਲ ਕਰਦਾ ਵਾਂ, ਮੈਂ ਇਸੇ ਕਰਕੇ ਡਰਾਈਵ ਕਰਕੇ ਆਇਆ ਜੀ ਅਮਰੀਕਾ ਤੋਂ, ਕਿਉਂਕਿ ਮੈਨੂੰ ਪਤਾ ਉੱਥੇ ਫਲਾਈਟਾਂ ਲੇਟ ਹੋ ਜਾਂਦੀਆਂ, 50% 60% ਕਈ ਫਲਾਈਟਾਂ ਲੇਟ ਹੁੰਦੀਆਂ ਨੇ। ਸੋ ਸਾਨੂੰ ਇਸ ਗੱਲ ਨੂੰ ਜ਼ਰੂਰ, ਅਸੀਂ ਆਪਣੀ ਪਤਾ ਨਹੀਂ ਕਿਉਂ ਵਿਖਾਉਂਦੇ ਹਾਂ ਕਿ ਅਸੀਂ ਰੌਲਾ ਪਾ ਕੇ ਅਤੇ ਅਸੀਂ ਇਸ ਤਰ੍ਹਾਂ ਕਰ ਦਈਏ। ਸੋ ਸਾਨੂੰ ਵੀ ਥੋੜ੍ਹਾ ਜਿਹਾ
ਪੇਸ਼ੈਂਸ ਰੱਖ ਕੇ ਸਪੋਰਟ ਕਰਨੀ ਚਾਹੀਦੀ ਹੈ। ਖੱਜਲ ਖੁਆਰੀਆਂ ਆਉਂਦੀਆਂ ਨੇ, ਸੋ ਇਹ ਗੱਲਾਂ ਸਾਰੀਆਂ ਐਸਪੈਕਟ ਕਰਕੇ ਫਿਰ ਹੀ ਅਸੀਂ ਕਾਮਯਾਬ ਕਰ ਸਕਾਂਗੇ। ਸੋ ਕੰਪਲੈਕਸ ਇਸ਼ੂ ਹੈ, ਤੁਸੀਂ ਇਹਦੇ ਸਾਰੇ ਪੱਖਾਂ 'ਤੇ ਆਪੋ ਜਿਹੜੇ ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਨੇ, ਪਰ ਥੋੜ੍ਹੀ ਪ੍ਰੋਗਰੈਸ ਹੋ ਰਹੀ। ਚੰਗੀ ਗੱਲ ਇਹ ਹੈ ਕਿ ਇਹਦੇ 'ਚ ਕੁਛ ਨਾ ਕੁਛ ਪ੍ਰੋਗਰੈਸ ਹੁਣ ਹੋਣੀ ਸ਼ੁਰੂ ਹੋਈ ਹੈ। ਹਾਂਜੀ, ਅਤੇ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਹੋਰ ਇਹਦੇ 'ਚ ਸੁਧਾਰ ਹੋ ਸਕਦਾ। ਜੇ ਮੈਂ ਅਖੀਰ 'ਚ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਰੈਡ FM ਨਾਲ ਮੇਰਾ ਜਿਹੜਾ ਰਿਸ਼ਤਾ ਕਹਿ ਲਓ, ਜੋ ਵੀ ਕਹਿ ਲਓ, ਹੁਣ ਲੰਮੇ ਸਮੇਂ ਤੋਂ ਜੁੜਿਆ ਸੀ ਵੈਨਕੂਵਰ ਤੋਂ, ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਪਹਿਲੀ ਵਾਰ ਵੈਨਕੂਵਰ ਦੇ ਸਟੂਡੀਓ 'ਤੇ ਨਹੀਂ ਜਾ ਸਕਿਆ, ਪਰ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਤੁਹਾਡੇ ਨਾਲ ਟੋਰਾਂਟੋ 'ਤੇ ਇੱਥੇ ਹੈ, ਅਤੇ ਮੈਨੂੰ ਪੂਰਾ ਇੱਕ ਪਰਿਵਾਰ ਲੱਗ ਰਿਹਾ। ਅਤੇ ਜਿੰਨੀ ਸਪੋਰਟ ਰੈਡ FM ਨੇ ਲਾਸਟ ਈਅਰ ਕੀਤੀ, ਜਦੋਂ ਪਟੀਸ਼ਨ ਹੋਈ ਇੱਧਰ ਹੋਈ, ਵੈਨਕੂਵਰ ਤੋਂ ਹੋਈ, ਹਰਜਿੰਦਰ ਥਿੰਦ ਐਂਡ ਆਲ ਦ ਅਦਰ ਸ਼ੋਜ਼, ਐਵਰੀਬਡੀ ਸਪੋਰਟਡ, ਅਤੇ ਮੇਰੇ ਲਈ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਬਹੁਤ ਆਈ ਐਮ ਰੀਅਲੀ ਥੈਂਕਫੁਲ ਟੂ। ਬਹੁਤ ਸ਼ੁਕਰੀਆ, ਥੈਂਕ ਯੂ।